ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਧੰਨਵਾਦ ਪ੍ਰੋਫੈਸਰ ਸਾਹਿਬ। ਸਾਰਾ ਦਿਨ ਮੀਡੀਆ ਦੇ ਵਿੱਚ ਇਹੀ ਚਰਚਾ ਚੱਲੀ ਗਈ ਕਿ ਰਾਘਵ ਚੱਡਾ ਨੂੰ ਦਿੱਲੀ ਕਦੋਂ ਭੇਜਿਆ ਜਾ ਰਿਹਾ। ਲੋਕ ਕਮੈਂਟ ਵੀ ਬੜੇ ਕਰ ਰਹੇ ਨੇ ਸੋਸ਼ਲ ਮੀਡੀਆ ਤੇ, ਜਾਂ ਆਪਣੇ ਤਰੀਕੇ ਦੇ ਨਾਲ ਆਵਾਜ਼ ਚੁੱਕ ਰਹੇ ਨੇ। ਕੋਈ ਕਹਿ ਦਿੰਦਾ ਕਿ ਰਾਘਵ ਚੱਡਾ ਗੋ ਬੈਕ ਕਹਿ ਦਿਓ, ਕੋਈ ਕਹਿੰਦਾ ਕਿ ਰਾਘਵ ਚੱਡਾ ਨੂੰ ਦਿੱਲੀ ਭੇਜੋ। ਰਾਘਵ ਚੱਡਾ ਪੰਜਾਬ ਦੀ ਸਿਆਸਤ ਦਾ ਇੱਕ ਕਹਿ ਲਓ ਕਿ ਇਹੋ ਜਿਹਾ ਨਾਇਕ ਬਣ ਚੁੱਕੇ ਨੇ ਕਿ ਉਹਨਾਂ ਦੇ ਉੱਤੇ ਆ ਕੇ ਸਾਰੀ ਸਿਆਸਤ ਮੁੱਕ ਜਾਂਦੀ ਹੈ ਕਿ ਭਗਵੰਤ ਮਾਨ ਤਾਂ ਕਿਸੇ ਕੰਮ ਦੇ ਹੀ ਨਹੀਂ। ਇਸ ਲਈ ਭਗਵੰਤ ਮਾਨ ਸਾਹਿਬ ਕੇਜਰੀਵਾਲ ਸਾਹਿਬ ਨੂੰ ਮਿਲੇ ਸੀ ਤੇ ਉਸ ਤੋਂ ਬਾਅਦ ਵੀ ਬਹੁਤ ਚਰਚਾਵਾਂ ਇਹੋ ਜਿਹੀਆਂ ਨੇ ਇਧਰੋਂ ਉਧਰੋਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਅਫਸਰਸ਼ਾਹੀ ਨੇ ਵੀ ਜਿਹੜਾ ਉਹ ਸੁੱਖ ਦਾ ਸਾਹ ਲਿਆ। ਜਿਨ੍ਹਾਂ ਨੂੰ ਕਿਹਾ ਜਾ ਰਿਹਾ ਸੀ ਕਿ ਤੁਸੀਂ ਇੱਕ ਹਾਜ਼ਰੀ ਇੱਧਰ ਭਰੋ ਤੇ ਦੂਜੀ ਹਾਜ਼ਰੀ ਜਿਹੜੀ ਹੈ ਸੁਪਰ ਸੀਐਮ ਤੱਕ ਭਰੋ। ਦੇਖੋ, ਹੀਰੋ ਨਾਇਕ ਤੇ ਨਹੀਂ, ਤੁਸੀਂ ਕਹੋ ਖਲਨਾਇਕ। ਖੇਲ ਦਾ ਜੇ ਕੋਈ ਵੱਡਾ ਖਲਨਾਇਕ ਆ ਤੇ ਉਹਦਾ ਨਾਂ ਹੈ ਰਾਘਵ ਚੱਡਾ, ਜਿਹੜਾ ਅੱਜ ਕੋਈ ਕੋਠੀ ਦਾ ਵੀ ਨੰਬਰ ਦਿੱਤਾ ਸੀ 56 ਨੰਬਰ, ਪਰ ਨਾਲ ਹੀ ਆ ਕੋਠੀ। ਕਹਿੰਦੇ ਉਹਦੇ ਵਿੱਚ ਇਹ ਲਿਖਿਆ ਸੀ ਵੀ ਇਹ ਤੇ ਅਜੇ ਆਪਣਾ ਉੱਠ ਕੇ ਮੂੰਹ ਹੱਥ ਧੋ ਰਿਹਾ ਹੁੰਦਾ, ਚੀਫ ਮਿਨਿਸਟਰ ਉੱਠਿਆ ਹੀ ਹੁੰਦਾ ਤੇ ਉਹਨੇ ਉਧਰ ਸਾਰਿਆਂ ਨੂੰ ਲਾਈਨ ਹਾਜ਼ਰ ਕਰਕੇ ਫਾਈਲਾਂ ਨੂੰ ਦੇਖਣਾ ਦੁਖਣਾ ਸ਼ੁਰੂ ਅਫਸਰਾਂ ਨੂੰ ਕੀਤਾ ਹੁੰਦਾ। ਜਾਣੀ ਹਰਾਰਕੀ ਇੰਜ ਬਣਦੀ ਲੱਗ ਰਹੀ ਆ ਅੱਜ ਦੀ ਸਰਕਾਰ ਦੀ, ਜਿਹੜੀ ਆਮ ਆਦਮੀ ਝਾੜੂ ਵਾਲੀ ਸਰਕਾਰ ਆ, ਕਿ ਜਿਹੜਾ ਤੇ ਚੀਫ ਮਿਨਿਸਟਰ ਆ, ਚੁਣਿਆ ਹੋਇਆ ਚੀਫ ਮਿਨਿਸਟਰ, ਜਿਹਦੀ ਵੱਡਾ ਫੰਕਸ਼ਨ ਕਰਕੇ ਸਹੁੰ ਖਾਧੀ ਗਈ ਖਟਕੜ ਕਲਾਂ ਤੇ ਉੱਥੇ ਉਹਨਾਂ ਇਨਕਲਾਬੀਆਂ ਦੀ ਕਸਮ ਵੀ ਖਾਧੀ ਗਈ ਤੇ ਉਹ ਸਾਰਾ ਕੁਝ ਉਹਨਾਂ ਦੀ ਆਤਮਾ ਦੇ ਨਾਲ ਵੀ ਇੱਕ ਕਿਸਮ ਦਾ ਆਪਸ ਉਹਨਾਂ ਦੀ ਆਤਮਾ ਨੂੰ ਅਪਣਾਇਆ ਕਹਿ ਲਓ ਤੁਸੀਂ, ਕਿ ਅਸੀਂ ਉਸੇ ਹੀ ਵਿਰਸੇ ਦੇ ਮਾਲਕ ਹਾਂ ਜੋ ਭਗਤ ਸਿੰਘ ਹੈ। ਤਾਂਹੀਏ ਤੇ ਅਸੀਂ ਖੱਟੇ ਰੰਗ ਦੀ ਪੱਗ ਬੰਨ੍ਹਦੇ ਹਾਂ, ਯਾਨੀ ਬਸੰਤੀ ਰੰਗ ਦੀ ਬੰਨ੍ਹਦੇ ਹਾਂ, ਕਿਉਂਕਿ ਉਹਨਾਂ ਦੇ ਨਾਲ ਇਹ ਰੰਗ ਜੋੜ ਦਿੰਦੇ ਆ। ਹੁਣ ਏਡੀਆਂ ਵੱਡੀਆਂ ਗੱਲਾਂ ਹੋਣ ਤੇ ਚੀਫ ਮਿਨਿਸਟਰ ਨੂੰ ਕੋਈ ਟਿੱਚ ਕਰਕੇ ਸਮਝੋ, ਜਾਣੀ ਪਤਾ ਹੀ ਨਾ ਹੋਵੇ ਵੀ ਚੀਫ ਮਿਨਿਸਟਰ ਹੈ ਕੌਣ ਲੋਕਾਂ ਨੂੰ, ਤੇ ਵੀ ਕਿਹਦੇ ਵੱਲ ਜਾਈਏ। ਜਾਣੀ ਘਰੋਂ ਬੰਦਾ ਜਦੋਂ ਗੱਡੀ ਲੈ ਕੇ ਜਾਣਾ ਜਾਂ ਸਾਈਕਲ ਚੁੱਕ ਕੇ ਜਾਂਦਾ ਵੀ ਅੱਜ ਮਿਲਣ ਜਾਣਾ, ਉਹ ਜੱਕ ਤੱਕ ਜੀ ਵਿੱਚ ਹੁੰਦਾ ਕਿ ਚੀਫ ਮਿਨਿਸਟਰ ਵੱਲ ਜਾਈਏ, ਜਾਂ ਫਿਰ ਜਿਹੜਾ ਦੂਜਾ ਚੀਫ ਮਿਨਿਸਟਰ ਦੇ ਉੱਪਰ ਬੈਠਾ ਉਹਦੇ ਵੱਲ ਜਾਈਏ। ਹਰ ਕੋਈ ਕਹਿੰਦਾ ਵੀ ਪਹਿਲਾਂ ਉੱਪਰ ਵਾਲੇ ਜਾਈਏ ਤਾਂ ਕਿ ਕੰਮ ਤੇ ਉੱਥੋਂ ਹੋਣਾ, ਥੱਲੇ ਵਾਲੇ ਕੋ ਦਸਤਖਤ ਬਾਅਦ ਚ ਕਰਾ ਲਾਂਗੇ। ਇਸ ਗੱਲ ਦੀ ਦੇਖੋ, ਨਵਾਂ ਵਿਆਹ ਹੋਇਆ ਚਿੜ ਤੇ ਉਸ ਨੂੰ ਵੀ ਇਸ ਗੱਲ ਦੀ ਬੜੀ ਲੱਗਦੀ ਹੋਣੀ ਆ ਭਗਵੰਤ ਮਾਨ ਨੂੰ, ਵੀ ਯਾਰ ਤੁਸੀਂ ਮੇਰੀ ਇੰਨੀ ਤੇ ਨਾ ਕਰੋ ਕਿ ਤੁਸੀਂ 24 ਘੰਟੇ ਲੋਕ ਇਸ ਗੱਲ ਤੇ ਮੇਰੀ ਜੁਰਤ ਤੇ ਮੇਰੀ ਲਿਆਕਤ ਤੇ ਮੇਰੀ ਜਿਹੜੀ ਫਾਰਮਲ ਪੋਜੀਸ਼ਨ ਆ ਉਹਦੇ ਤੇ ਸ਼ੱਕ ਕਰਨ, ਉਹਨੂੰ ਹਾਸੋ ਹੀ ਨਹੀਂ ਬਣਾ ਦਿਓ। ਨਾ ਘਰ ਚ ਵੀ ਫਿਰ ਠੀਕ ਨਹੀਂ ਨਾ ਵੀ ਉਹਨਾਂ ਦੇ ਚੀਫ ਮਿਨਿਸਟਰ ਨਾਲ ਵਿਆਹ ਹੋਇਆ ਆ, ਇਹ ਕੋਈ ਥੋੜੀ ਆ ਕਿ ਵੀ ਹੋਰ ਹੀ ਕਿਸੇ ਨਾਲ ਡਿਪਟੀ ਚੀਫ ਮਿਨਿਸਟਰ ਨਾਲ। ਇਹ ਹਰਾਰਕੀ ਜਿਹੜੀ ਉੱਪਰੋਂ ਥੱਲੇ ਇੰਜ ਬਣੀ ਲੱਗਦੀ ਆ। ਅੱਜ ਮੀਡੀਆ ਚ ਬੜੀਆਂ ਗੱਲਾਂ ਹੋ ਰਹੀਆਂ ਸੀ ਵੀ ਜਿਹੜਾ ਤੇ ਚੀਫ ਮਿਨਿਸਟਰ ਆ ਉਹ ਤੇ ਹੈਗਾ ਡਿਪਟੀ ਚੀਫ ਮਿਨਿਸਟਰ। ਤੁਹਾਨੂੰ ਪਤਾ ਪਿੱਛੇ 2-3 ਡਿਪਟੀ ਚੀਫ ਮਿਨਿਸਟਰ ਵੀ ਲੱਗੇ ਸੀ। ਉਹ ਤੇ ਹੈਗਾ ਅਸਲ ਚ ਜਿਹੜਾ ਚੀਫ ਮਿਨਿਸਟਰ ਆ ਉਹਦਾ ਨਾਂ ਹੈਗਾ, ਯਾਦ ਕਰ ਲਓ, ਰਾਘਵ ਚੱਡਾ। ਤੇ ਜਿਹੜਾ ਰਾਘਵ ਚੱਡੇ ਦੇ ਉੱਪਰ ਦਿੱਲੀ ਬੈਠਾ, ਜਿੱਥੋਂ ਤਾਰ ਖਿੱਚੀ ਜਾਂਦੀ ਹੈ, ਚੱਲਦੀ ਆ, ਰੋਜ਼ ਇੱਕ ਰਿਪੋਰਟ ਜਾਂਦੀ ਹੈ, ਉਹ ਹੈਗਾ ਸੁਪਰ ਚੀਫ ਮਿਨਿਸਟਰ, ਜਿਨ੍ਹਾਂ ਦਾ ਨਾਂ ਹੈ ਕੇਜਰੀਵਾਲ, ਅਰਵਿੰਦ ਕੇਜਰੀਵਾਲ। ਉਹਨਾਂ ਕੋਲ ਡਬਲ ਚਾਰਜ ਆ, ਦਿੱਲੀ ਦਾ ਅੱਧਾ ਚਾਰਜ ਆ, ਡਬਲ ਨਹੀਂ 1.5 ਚਾਰਜ ਆ, ਤੇ ਇੱਥੇ ਦਾ ਪੂਰਾ। ਦਿੱਲੀ ਚ ਤੇ ਅੱਧਾ ਹੀ ਆ, ਅੱਧਾ ਜਿਹੜਾ ਮੋਦੀ ਜੀ ਲੈ ਜਾਂਦੇ ਆ LG ਰਾਹੀਂ ਉਹਨਾਂ ਦੀ ਤਾਕਤ ਖਿੱਚ ਕੇ। ਕੁੱਲ ਮਿਲਾ ਕੇ ਜੋ ਹਾਲਾਤ ਬਣੇ ਉਹ ਬੜੇ ਹਾਸੋਹੀਣੇ ਬਣ ਗਏ। ਉਹ ਕਹਿੰਦੇ ਆ ਲੋਕਾਂ ਨੇ ਜਿਨ੍ਹਾਂ ਨੇ ਕੰਮ ਕਰਾਉਣੇ ਆ ਜਾਂ ਕੁਝ ਦੇਣ ਲੈਣ ਵੀ ਕਰਨਾ ਹੁੰਦਾ ਕੰਮਾਂ ਲਈ, ਸਾਰਾ ਕੁਝ ਹੀ ਚੱਲਦਾ। ਤੁਹਾਨੂੰ ਪਤਾ ਸਰਕਾਰਾਂ ਐਵੇਂ ਥੋੜੀਆਂ ਚੱਲਦੀਆਂ, ਕੁਝ ਗੱਲ, ਕੋਈ ਵਿਚਾਰ, ਕੋਈ ਹੋਰ ਧੇਲਾ ਟਕਾ, ਸਾਰਾ ਕੁਝ। ਇਹ ਜੋ ਸਾਰੇ ਪ੍ਰੋਜੈਕਟ ਬਣਾਉਣੇ ਮਨਜ਼ੂਰ ਕਰਾਉਣੇ ਆ, ਉਹ ਸੋਚਦੇ ਆ ਲੋਕ ਸਾਰੇ, ਉੱਪਰੋਂ ਲੈ ਕੇ ਥੱਲੇ ਤੱਕ। ਧਮਾਤੜ ਸਾਥੀ ਜਿਹਨੇ ਕੰਪਲੇਂਟ ਕਰਨੀ ਹੁੰਦੀ ਆ ਤੇ ਵੱਡਾ ਬੰਦਾ ਕਾਰਪੋਰੇਟ ਜਿਹਨੇ ਆਪਣਾ ਪ੍ਰੋਜੈਕਟ ਮਨਜ਼ੂਰ ਕਰਾਉਣਾ, ਵੀ ਕਿੱਥੋਂ ਸ਼ੁਰੂ ਕਰੀਏ। ਪਹਿਲਾਂ ਦਿੱਲੀ ਦੀ ਗੱਡੀ ਤੋਂ ਦਿੱਲੀ ਵੱਲ ਨੂੰ ਮੋੜੀਏ, ਜਾਂ 56 ਨੰਬਰ ਜਿੱਥੇ ਕਹਿੰਦੇ ਆ ਰਾਘਵ ਚੱਡਾ ਉੱਧਰ ਜਾਈਏ, ਜਾਂ ਥੱਲਿਓਂ ਉੱਪਰ ਨੂੰ ਜਾਈਏ। ਪਹਿਲਾਂ ਭਗਵੰਤ ਮਾਨ ਤੋਂ ਕੁਝ ਮਾੜੇ ਜਿਹੇ ਸਲਾਹ ਲੈ ਲਈਏ ਵੀ ਉਹ ਕਿਹੋ ਜਿਹਾ ਮੂਡ ਆ ਉਹਨਾਂ ਦਾ, ਜਿੱਥੋਂ ਮਨਜ਼ੂਰ ਹੋਣਾ ਫਿਰ ਉਹਨਾਂ ਨੂੰ ਮਿਲੀਏ। ਇਹ ਕੰਮ ਵਾਧੂ ਬਹੁਤ ਪੈ ਗਿਆ। ਇਸ ਕਰਕੇ ਇਸ ਵੇਲੇ ਜੋ ਪੰਜਾਬੀਆਂ ਦਾ ਮੂਡ, ਵਿੱਚੇ ਹੀ ਬੋਲਣਗੇ ਨਹੀਂ ਭਗਵੰਤ ਮਾਨ, ਉਹਨਾਂ ਦੇ ਦਿਲ ਦੀ ਗੱਲ ਮੈਂ ਦੱਸ ਦਿੰਦਾ, ਵਿੱਚੇ ਉਹਨਾਂ ਦਾ ਮੂਡ,
ਉਹ ਸਾਰੇ ਚਾਹੁੰਦੇ ਆ ਯਾਰ ਇਹ ਢੱਕਣ ਜਿਹਾ ਪਰਾਂ ਚੱਕਿਆ ਜਾਏ ਤੇ ਅਸੀਂ ਕੁਝ ਕੰਮ ਕਰੀਏ। ਮਤਲਬ ਕੁੱਕਰ ਦਾ ਢੱਕਣ ਹੁੰਦਾ ਨਾ, ਵਿੱਚੋਂ ਵਿੱਚ ਗੁੱਬ ਗਵਾਰ ਕਿਸੇ ਦਿਨ ਫਟ ਜਾਊਗਾ, ਫਿਰ ਕੀ ਫਾਇਦਾ। ਕਦੀ ਸੀਟੀ ਮਾਰਦਾ, ਕਦੀ ਵਾਸ਼ਰ ਖੁੱਲ ਵੀ ਸਕਦੀ ਆ। ਬੜਾ ਕੰਮ ਗੜਬੜ ਹੋਇਆ, ਬਹੁਤ ਪ੍ਰੈਸ਼ਰ ਪਿਆ ਹੋਇਆ ਸਰਕਾਰ ਦੇ ਉੱਤੇ, ਵੀ ਕੋਈ ਸੁਣਦਾ ਹੀ ਨਹੀਂ। ਮੈਂ ਕੱਲ ਗੁਰਦਾਸਪੁਰੋਂ ਆਇਆ, ਉੱਥੇ ਸਾਰੇ ਇਹਨਾਂ ਦੇ ਲੀਡਰ ਮਿਲੇ ਮੈਨੂੰ, ਜਿਹੜੇ ਡਿਸਟ੍ਰਿਕਟ ਲੈਵਲ ਦੇ ਲੀਡਰ ਆ। ਜਿਹੜਾ ਇਹਨਾਂ ਦਾ ਕੈਂਡੀਡੇਟ ਖੜਾ ਸੀਗਾ ਉਹ ਵੀ ਮਿਲਿਆ, ਉਹਦੇ ਵੀ ਦਰਸ਼ਨ ਹੋਏ। ਬਹਿਲ ਸਾਹਿਬ ਉਹਦੇ ਬੜੇ ਵਧੀਆ ਬੰਦੇ, ਬਹੁਤ ਨੇਕ ਇਨਸਾਨ, ਸੱਚੀ ਗੱਲ ਆ, ਗੱਲਾਂ ਬਾਤਾਂ ਹੋਈਆਂ। ਪਰ ਜਿਹੜੇ ਥੱਲੇ ਕਾਡਰ ਆ ਸੁਖਵਿੰਦਰ, ਉਹ ਤੇ ਤਰਾ ਕਰਦੇ ਫਿਰਦੇ। ਮੈਂ ਕਿਹਾ ਵੀਰੋ, ਤੁਹਾਨੂੰ ਵੇਲੇ ਸਿਰ ਸਮਝਾਇਆ ਸੀਗਾ ਕਿ ਤੁਹਾਨੂੰ ਇਹਨਾਂ ਨੇ ਐਨ, ਤੁਸੀਂ ਜੇ ਕੋਟ ਪੈਂਟ ਪਾ ਕੇ ਆਏ ਨਾ, ਕੱਛਾ ਬਨੈਣ ਤੇ ਰਹਿਣ ਦੇਣਗੇ। ਕੋਸ਼ਿਸ਼ ਨਿਗਾਹ ਇਹਨਾਂ ਦੀ ਉਹਨਾਂ ਤੇ ਵੀ ਹੋਊਗੀ, ਉਹ ਸ਼ਰਮੀ ਛੱਡ ਦੇਣਗੇ। ਇਹ ਨਾ ਤੁਹਾਡਾ ਜੇ ਘਰ ਨਾ ਵਿਕਾ ਤੇ ਇਹਨਾਂ ਨੇ, ਇਹ ਤੇ ਇੰਨੇ ਤੇਜ਼ ਬੰਦੇ ਆ, ਦੱਸਣਗੇ ਕੀ, ਗਧੇ ਅੱਗੇ ਗਾਜਰ ਲਟਕਾ ਦੇਣਗੇ। ਭਾਈ ਤੂੰ ਵੀ ਚੀਫ ਮਿਨਿਸਟਰ, ਤੂੰ ਵੀ ਚੀਫ ਮਿਨਿਸਟਰ, ਤੂੰ ਚੇਅਰਮੈਨ, ਤੂੰ ਜ਼ਿਲ੍ਹੇ ਦਾ ਪ੍ਰਧਾਨ, ਤੇ ਪ੍ਰਧਾਨ ਤੋਂ ਪੁੱਛੇ ਬਗੈਰ ਤੇ ਇੱਥੇ ਚਿੜੀ ਨਹੀਂ ਫੜਕਣੀ ਜ਼ਿਲ੍ਹੇ 'ਚ। ਤੂੰ ਬਣ ਸਹੀ, ਤੂੰ ਉਹਦਾ ਪ੍ਰਧਾਨ ਬਣ ਜਾ, ਤੂੰ ਉਹਦਾ ਬਣ ਜਾ। 20 ਕਿਸਮ ਦੇ ਪ੍ਰਧਾਨ ਹਰ ਜ਼ਿਲ੍ਹੇ 'ਚ ਲਾਤੇ, 20 ਕਿਸਮ ਦੇ 20 ਪ੍ਰਧਾਨਾਂ ਨੂੰ ਹਰ ਰੇਸ ਲਵਾਤੀ। ਉਹ ਉਹਦੇ ਤੋਂ ਅੱਗੇ, ਉਹ ਉਹਦੇ ਤੋਂ ਅੱਗੇ, ਪੈਸੇ ਖਰਚਣ 'ਚ। ਜਦੋਂ ਹੁਣ ਘਰ ਦੀਆਂ ਵੱਲੋਂ ਵੀ ਜਵਾਬਦੇਹੀ ਹੁੰਦੀ, ਕਿਉਂ ਜੀ ਤੁਸੀਂ ਤੇ ਰੋਜ਼ ਹੀ ਗੱਡੀ ਚੱਕ ਕੇ ਤੁਰੇ ਫਿਰਦੇ ਸੀ, ਸਕੂਟਰੀ ਲਈ ਫਿਰਦੇ ਸੀ, ਦੱਸੋ ਕੀ ਬਣਿਆ। ਉਹ ਕਹਿੰਦੇ ਜੀ ਗਾਂ ਤੇ ਕੋਈ ਪੁੱਛਦਾ ਹੀ ਨਹੀਂ, ਹੁਣ ਤੇ ਸਾਡੀ ਪ੍ਰਧਾਨਗੀ ਕਾਹਦੀ, ਕੁਛ ਨਹੀਂ, ਉਹ ਤੇ ਗੱਲਾਂ ਹੀ ਸੀ, ਹਵਾ ਹੀ ਸੀ। ਮੈਂ ਕਿਹਾ ਤੁਸੀਂ ਤੇ ਆਪਣਾ ਰੋਣਾ ਰੋਂਦੇ ਆ, ਉਹ ਜਿਹੜਾ ਫਾਰਮਲੀ ਸਹੁੰ ਚੁੱਕਿਆ ਵਾ MLA, ਉਹਦਾ ਤੇ ਰੋਣਾ ਸੁਣ ਲਓ, ਉਹਦਾ ਦਰਦ ਕੀ ਆ। ਉਹਨੂੰ ਕੋਈ ਨਹੀਂ ਪੁੱਛਦਾ, ਬਿਊਰੋਕ੍ਰੇਸੀ 'ਚ ਨਹੀਂ ਪੁੱਛਦਾ, ਪੁਲਿਸ ਨਹੀਂ, ਥਾਣੇ 'ਚ ਨਹੀਂ ਪੁੱਛਦਾ। ਉਹ ਕਹਿੰਦੇ ਤੂੰ ਕੌਣ ਆ, ਸਾਨੂੰ ਤੇ ਭਗਵੰਤ ਮਾਨ ਨਹੀਂ, ਅਸੀਂ ਮਤਲਬ ਉੱਥੇ ਸਾਨੂੰ ਨਹੀਂ ਸ਼ੱਕ ਹੁੰਦਾ ਵੀ ਉਹਦੇ ਕੋਲ ਕਿਹੜੀ ਸ਼ਕਤੀ ਹੈਗੀ, ਚੀਫ ਮਿਨਿਸਟਰ ਦੀ ਹੈ ਕਿ ਨਹੀਂ ਹੈ। ਤੁਸੀਂ ਥੱਲੇ ਐਵੇਂ ਹੀ ਸਾਨੂੰ ਤੰਗ ਕਰੀ ਜਾਂਦੇ। ਜਾਓ ਜਾ ਕੇ ਆਪਣੇ ਭਗਵੰਤ ਮਾਨ ਨਾਲ ਪਹਿਲਾਂ ਗੱਲ ਕਰਕੇ ਆਓ, ਫਿਰ ਸਾਨੂੰ ਦੱਸਿਓ, ਫਿਰ ਅਸੀਂ ਗਾਂਹ ਕਰਾਂਗੇ ਗੱਲ। ਇਹ ਐਡੀ ਗੰਦਲ ਚੌਦਿਆਂ ਪੈ ਗਈ ਆ, ਐਡੀ ਗੰਦਲ ਚੌਦਿਆਂ ਪੈ ਗਈ। ਇਸੇ ਗੰਦਲ ਚੌਦਿਆਂ ਦੇ ਵਿੱਚ ਸਾਡੇ AG ਸਾਹਿਬ ਰਿਜ਼ਾਈਨ ਕਰ ਗਏ। ਹੁਣ ਉੱਥੇ ਸਮਝੋ, ਉਹ ਜਿਹੜੀਆਂ ਗੱਲਾਂ ਹੁਣ ਹੌਲੀ ਹੌਲੀ ਬਾਹਰ ਆ ਰਹੀਆਂ, ਇੱਕ ਤੇ ਉਹਨਾਂ ਦੀ ਗੱਲ ਇਹ ਸੁਣਦੇ ਨਹੀਂ ਸੀ, ਆਪਣੀ ਮਨਾਉਣੀ ਚਾਹੁੰਦੇ ਸੀ। ਜੇ ਮੇਰੇ ਵਰਗਾ ਵੇ ਕਹੇ ਵੀ ਤੁਸੀਂ ਲਾ ਲਓ ਫੀਤੀ AG ਦੀ, ਸਾਨੂੰ ਕਿਉਂ ਗਾਂਹ ਕਰਦੇ ਆ। ਅਸੀਂ ਮਖੌਟੇ ਥੋੜੀ ਆ ਕੋਈ, ਬਿਲਕੁਲ ਹੀ। ਸਾਡਾ ਅੰਦਰ ਦਿਮਾਗ ਵੀ ਹੈ, ਦਿਲ ਵੀ ਹੈ, ਆਤਮਾ ਵੀ ਹੈ, ਆਤਮਾ ਦੀ ਆਵਾਜ਼ ਵੀ ਹੈ। ਤੇ ਹਰ ਗੱਲ ਤੁਹਾਡੀ ਵੀ, ਅਸੀਂ ਤੇ ਕਾਨੂੰਨ ਦੇ ਮੁਤਾਬਕ ਚੱਲਾਂਗੇ। ਕਿਤੇ ਮਾੜਾ ਮੋਟਾ ਚਲੋ ਤੁਹਾਡੀ ਵੀ ਸੁਣ ਲਈ, ਪਰ 24 ਘੰਟੇ ਤੁਹਾਨੂੰ ਪੁੱਛ ਕੇ ਥੋੜੀ ਅਸੀਂ ਉੱਥੇ ਚੱਲਾਂਗੇ। ਇੱਕ ਤੇ ਇਹ ਕਿ ਇਹਨਾਂ ਦੇ ਬੰਦੇ ਨਹੀਂ ਲਾਉਣ ਦਿੱਤੇ। ਦੂਸਰੀ ਗੱਲ ਇਹ ਨਿਕਲ ਕੇ ਆਈ ਕਿ ਜਦੋਂ ਉਹ ਤਜਿੰਦਰ ਬੱਗਾ ਜਾਂ ਹੋਰ ਕੇਸ ਇੱਥੇ ਕੀਤੇ ਸੀ, ਤੁਹਾਨੂੰ ਪਤਾ ਰੋਪੜ ਵਿੱਚ ਕੇਸ ਕੀਤੇ ਸੀ ਅਲਕਾ ਲਾਂਬਾ ਦਾ, ਤੇ ਹੋਰ ਉਹ ਇੱਥੇ ਹਾਈ ਕੋਰਟ 'ਚ ਕੇਸ ਆ ਗਏ। ਜਿਹੜਾ ਉਹ ਗਾਉਣ ਵਾਲਾ, ਜਿਹੜਾ ਅਸ਼ੂਤੋਸ਼ ਕੁਮਾਰ, ਕੀ ਨਾਮ ਹੁੰਦਾ, ਅਸ਼ੂਤੋਸ਼ ਕੁਮਾਰ ਨਹੀਂ, ਕੁਮਾਰ ਵਿਸ਼ਵਾਸ ਕੁਮਾਰ, ਮੈਂ ਤੁਹਾਡੇ ਬੋਲਾਂ ਤੋਂ ਪੜ੍ਹ ਕੇ ਸਮਝ ਗਿਆ, ਕੁਮਾਰ ਵਿਸ਼ਵਾਸ। ਹੁਣ ਉਹਨਾਂ ਨੇ ਜਿਹੜੀ ਗੱਲ ਸਵੇਰੇ ਮੈਨੂੰ ਕਿਸੇ ਨੇ ਦੱਸੀ, ਮੈਂ ਅਜੇ ਵੈਰੀਫਾਈ ਨਹੀਂ ਕੀਤੀ, ਪਰ ਇਹੋ ਜਿਹੀ ਕੋਈ ਕਰਤੂਤ ਹੋਊਗੀ। ਉਹਨਾਂ ਲਈ ਦਿੱਲੀੋਂ ਆਪਣੇ ਬੰਦੇ ਚਹੇਤੇ ਲਿਆ ਕੇ ਖੜੇ ਕਰਤੇ, ਤੇ ਇਹ ਜਿਹੜੀ 178 ਬੰਦਿਆਂ ਦੀ ਟੀਮ ਹੈ, ਉਹਨਾਂ ਨੂੰ ਪਰਾਂ ਕਰਤਾ। AG ਸਮਝਦਾ ਯਾਰ ਫਿਰ ਮੈਂ ਕੀ ਆ, ਮੈਂ ਘਸਿਆਰਾ ਆ ਇੱਥੇ, ਇਹਨਾਂ ਦੇ ਦਰਵਾਜ਼ੇ ਤੇ ਖੜਾ ਰਿਹਾ ਕਰਾਂ ਬਾਹਰ ਮੈਂ, ਵੀ ਮੈਨੂੰ ਦੱਸੋ ਜੀ। ਹੁਣ ਮੈਂ ਹੱਥ ਜੋੜ ਕੇ, ਹੱਥ ਧੋ ਗਈ ਆ। ਐਡੀ ਸਾਡੇ ਬੰਦਿਆਂ ਨੇ ਆਪਣੀ ਜਾਣੀ ਡੰਡ ਲਵਾਈ ਆ। ਮੈਂ ਤੇ ਇਹੀ ਕਹੂੰਗਾ, ਅਸੀਂ ਕਿੰਨਾ ਰੌਲਾ ਪਾਉਂਦੇ ਆ। ਮੈਨੂੰ ਘੱਟੋ ਘੱਟ 6 ਸਾਲ ਤੇ ਮੈਨੂੰ ਰੌਲੇ 2015 ਤੋਂ ਪਾ ਰਿਹਾ, 7 5 12 22 ਆ ਗਿਆ, 7 ਸਾਲ ਹੋ ਗਏ ਰੌਲਾ ਪਾਉਂਦੇ। ਉਹ ਇਹਨਾਂ ਨੂੰ ਸਮਝੋ ਇਹ ਠੱਗ ਜੇ ਠੱਗ। ਹੁਣ ਇਸ ਕਰਕੇ ਜ਼ਿਆਦਾ ਤੇਵਰ ਮੀਡੀਆ ਦੀਆਂ ਵੀ ਅੱਖਾਂ ਖੁੱਲ ਗਈਆਂ ਤੇ ਤੇਵਰ ਤਿੱਖੇ ਹੋ ਰਹੇ ਅੰਦਰੋਂ ਮੈਂ ਕਹਿ ਰਿਹਾ। 92 ਦੇ 42% ਵੋਟਾਂ ਵਾਲਿਆਂ ਦੇ ਤੇਵਰ ਤਿੱਖੇ ਹੋ ਰਹੇ ਆ। ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਪੁੱਛੇ ਕਿਵੇਂ, ਜਦ ਪਤਾ ਕਿ ਇਹਨਾਂ ਦੇ ਅੱਲੇ ਪੱਲੇ ਹੀ ਕੁਝ ਨਹੀਂ, ਇਹਨਾਂ ਦੀ ਸੁਣਨੀ ਕਿਸੇ ਦੀ ਨਹੀਂ। ਇਹਨਾਂ ਨੇ ਕਹੇ ਤੇ ਕੁਝ ਹੋਣਾ ਨਹੀਂ, ਹੋਣਾ ਤੇ ਜਾਂ ਤੇ ਹੋਣਾ ਰਾਘਵ ਚੱਡੇ ਤੋਂ, ਜਾਂ ਹੋਣਾ ਸੁਪਰ ਚੀਫ ਮਿਨਿਸਟਰ ਤੋਂ। ਫਿਰ ਤੁਸੀਂ ਉਧਰ ਨੂੰ ਜਾਓ, ਇੱਥੇ ਕਾਹਦੇ ਲਈ ਥੱਲੇ ਟੱਕਰਾਂ ਮਾਰੀ ਜਾਣੀਆਂ। ਇਹ ਸਾਰਾ ਅੰਦਰ ਬਹੁਤ ਗੁੱਬ ਗਵਾਰ ਜਮਾ ਹੋ ਗਿਆ। ਉਹ ਇਹਦੋਂ ਪਹਿਲਾਂ ਕਿ ਫਟ ਕੇ ਲੋਕ ਉਹ ਮਜ਼ਾਰਾ ਹੀ ਕਰਨ ਲੱਗ ਜਾਣ, ਇਹ ਵੀ ਹੋ ਸਕਦਾ। 92 ਦੇ 92 ਇਕੱਠੇ ਹੋ ਕੇ ਡਾਂਗ ਸੁੱਟਾ ਲੈ ਕੇ, ਝੰਡਾ ਲੈ ਕੇ, ਝਾੜੂ ਵਾਲਾ ਝਾੜੂ ਹੀ ਚੱਕ ਲੈਣ, ਡੰਡੇ ਵਾਲੇ ਉਹਦੇ 'ਚ ਕੀ ਉੱਤੇ ਲਾ ਲੈਣ, ਉਹਦੇ ਪਾਸੇ ਝੰਡਾ ਲਾ ਲੈਣ, ਕੇਜਰੀਵਾਲ ਦਾ ਜਾਣੀ ਚਿਹਰੇ ਵਾਲਾ ਲਾ ਕੇ ਚੱਲ ਪੈਣ ਵੀ ਸਾਨੂੰ ਨਹੀਂ ਆ ਰਾਘਵ ਚੱਡਾ ਮਨਜ਼ੂਰ, ਇਹਨੂੰ ਵਾਪਸ ਭੇਜੋ। ਪਹਿਲਾਂ ਹੀ ਵੈਸੇ ਤੁਹਾਨੂੰ ਦੱਸਾਂ ਬਹੁਤ ਧੱਕਾ ਕੀਤਾ ਪੰਜਾਬ ਨਾਲ।
ਹੂੰ, ਪੰਜਾਬ ਦੀਆਂ ਵੋਟਾਂ, ਪੰਜਾਬ ਦੇ ਵੋਟਾਂ ਪਾਈਆਂ, 92 ਬੰਦੇ ਜਿਤਾਏ, ਤੁਸੀਂ ਸਾਰੇ ਚੱਕ ਕੇ ਆਪਣੇ ਚਹੇਤੇ ਉੱਥੇ MP ਰਾਜ ਸਭਾ 'ਚ ਭੇਜਦੇ, ਪੰਜਾਬ ਨੇ ਚੰਗਾ ਕੀਤਾ? ਹੂੰ, ਪੰਜਾਬ ਤੇ ਡਾਕਾ ਮਾਰਿਆ, ਜੀ, ਵੋਟਾਂ ਤੇ ਡਾਕਾ ਮਾਰਿਆ ਤੁਸੀਂ। ਹੁਣ ਉਹਨੂੰ ਬਿਠਾ ਕੇ ਇੱਕ ਪਾਸੇ ਇੰਨਾ ਥੋੜਾ ਕਰ ਦਿੱਤਾ ਕਿ ਤੈਨੂੰ ਹੁਣ ਰਾਜ ਸਭਾ ਦਾ ਮੈਂਬਰ ਬਣਾਤਾ, ਜਾ ਮੌਜਾਂ ਕਰ ਜਾ ਕੇ ਉੱਥੇ ਕੇਜਰੀਵਾਲ ਦੇ ਗੋਡੇ ਕੁੱਟ। ਤੂੰ ਇੱਥੇ ਆ ਕੇ ਬਹਿ ਗਿਆ ਸਾਡੇ ਸਿਰ ਤੇ ਸਾਨੂੰ ਚੱਲਣੇ ਨਹੀਂ ਦੇਣਾ ਸਾਡੇ ਭਗਵੰਤ ਮਾਨ ਨੂੰ। ਹੂੰ, ਭਗਵੰਤ ਮਾਨ ਤੇ ਫਿਰ ਐਡਜਸਟ ਹੀ ਕਰਦਾ ਰਹਿ ਗਿਆ ਨਾ। ਤੇ ਜੀ, ਕੱਲ ਨੂੰ ਫਿਰ ਇਹ ਵੀ ਹੋ ਸਕਦਾ ਕਿ ਭਗਵੰਤ ਮਾਨ ਫਿਰ ਏਜੀ ਵਾਂਗੂ, ਅਨਮੋਲ ਰਤਨ ਸਿੱਧੂ ਵਾਂਗੂ ਤੇਵਰ ਤਿੱਖੇ ਕਰ ਲੈ। ਜੇ ਭਗਵੰਤ ਮਾਨ ਨੇ ਨਾ ਕੀਤੇ, ਜਾਣੀ ਭਗਵੰਤ ਮਾਨ ਨੇ ਕਿਹਾ ਵੀ ਮੈਂ ਕੀ ਲੈਣਾ ਯਾਰ, ਜਿੰਨੇ ਦਿਨ ਲੰਘੇ ਚੀਫ ਮਿਨਿਸਟਰ ਦੀ ਮੋਹਰ ਲੱਗ ਗਈ ਆ, ਲਿਸਟਾਂ ਦੇ ਵਿੱਚ ਇਤਿਹਾਸ ਰਚਿਆ ਗਿਆ, ਮੈਂ ਵੀ ਥੋੜੇ ਦਿਨ ਰਿਹਾ, ਜਿੰਨੇ ਦਿਨ ਰਿਹਾ ਰਹੂੰਗਾ, ਖਸਮਾਂ ਨੂੰ ਭਾਈ ਮੈਂ ਆਪਣਾ ਉਨੇ ਦਿਨ ਘੇਸ ਜੀ ਵੱਟ ਕੇ ਬੈਠਾ ਰਹਿਣਾ। ਉਹ ਜਿਹੜੇ ਬਾਹਰ ਬੈਠੇ ਆ ਉਹਨਾਂ ਨੇ ਇਹਨੂੰ ਘੇਰਾ ਪਾ ਲੈਣਾ ਵੀ ਜਾਂ ਹੂੰ, ਤੇ ਭਾਈ ਚੀਫ ਮਿਨਿਸਟਰ ਸਾਹਿਬ ਪਰਾਂ ਹੋ ਜਾਓ ਜਾਂ ਫਿਰ ਅੱਗੇ ਤੁਰੋ, ਹੂੰ, ਸਾਡੀ ਨਹੀਂ ਕੋਈ ਥੱਲੇ ਸੁਣਦਾ। ਮੈਨੂੰ ਬਿਲਕੁਲ, ਲੱਗਦਾ ਕਿ ਭਗਵੰਤ ਮਾਨ ਪੰਜਾਬੀਆਂ ਤੇ ਭਰੋਸਾ ਕਰਕੇ ਤੇ ਪੰਜਾਬ ਦੇ ਐਮਐਲਏ ਤੇ ਭਰੋਸਾ ਕਰਕੇ ਇਹ ਜਿਹੜੇ ਵਾਧੂ ਉੱਤੇ ਇਕੱਠਾ ਹੋ ਗਿਆ ਮਾਲ, ਇਹਨਾਂ ਦੇ ਸਿਰ ਤੇ ਬਹਿ ਗਿਆ ਆ ਕੇ, ਉਹਨਾਂ ਤੋਂ ਮੁਕਤੀ ਪਾ ਲੈਣ। ਹੋਇਆ ਹੁਣ ਮੈਂ ਤੁਹਾਨੂੰ ਅਗਲੀ ਗੱਲ ਦੱਸ ਦਿਆਂ, ਥੱਲਿਓਂ ਸਿੱਧਾ ਦਿੱਲੀ ਨੂੰ ਸਭ ਕੁਝ ਹੂੰ, ਸਾਈਫਨ ਪਾਈਪ, ਜਿਵੇਂ ਰਸ਼ੀਆ ਦੀ ਗੈਸ ਦੇ ਪਾਈਪ ਲੱਗੇ ਨਾ ਸਾਰੇ ਯੂਰਪ ਨੂੰ, ਜਰਮਨੀ ਨੂੰ, ਸਾਰੀ ਤੱਕ ਜਾ ਰਹੀ ਹੈ ਤੇ ਤੇਲ ਵੀ ਜਾ ਰਿਹਾ। ਇੱਥੋਂ ਸਿੱਧੀਆਂ ਲਾਈਨਾਂ ਦਿੱਲੀ ਨੂੰ ਵੇਚ ਚੁੱਕੀਆਂ। ਤੇ ਜਿਹੜੇ ਹੂੰ, ਖਾਸ ਚਹੇਤੇ ਆ ਕੁਝ ਪਾਰਟੀ ਅੰਦਰ, ਜਾਂ ਜਿਹੜੇ ਐਮਐਲਏ ਬਣੇ ਆ ਜਾਂ ਮਿਨਿਸਟਰ ਵੀ ਬਣ ਗਏ ਆ, ਹੂੰ, ਲਗਾਤਾਰ ਸਪਲਾਈ ਜਾ ਰਹੀ ਹਰ ਕਿਸਮ ਦੀ। ਸਹੀ ਗੱਲ, ਇੰਨੀ ਲੁੱਟ ਮੱਚੀ ਹੋਈ ਆ ਪੰਜਾਬ ਦੇ ਵਿੱਚ, ਇੰਨੀ ਲੁੱਟ ਕਦੀ ਵੀ ਨਹੀਂ ਸੀ ਤੁਹਾਨੂੰ। ਤੁਸੀਂ ਲੋਕ ਤਰਾ ਕਰ ਰਹੇ ਆ। ਇਸ ਹੂੰ, ਲਈ ਇਹ ਜਿਹੜਾ ਲੁੱਟ ਦਾ ਇੱਕ ਜਾਲ ਵਿਛਾਤਾ ਤੇ ਦਿੱਲੀ ਨੂੰ ਦਿੱਲੀ ਖਿੱਚੀ ਤੁਰੀ ਜਾਂਦੀ ਆ ਪੰਜਾਬ ਤੋਂ, ਬਸ ਕਰੀਏ ਆਪਾਂ ਇਹਦਾ ਨਾੜੂਆ ਇਉਂ ਕੱਟਣਾ ਪੈਣਾ। ਜੀ, ਤੇ ਅਸੀਂ ਤੇ ਪਹਿਲਾਂ ਹੀ ਬੜੇ ਤੰਗ ਕੀਤੇ ਪਏ ਆ, ਖਜ਼ਾਨਾ ਖਾਲੀ ਆ, ਕਿਸਾਨ ਸਾਡੇ ਆ ਕਿੰਨੀਆਂ ਖੁਦਕੁਸ਼ੀਆਂ ਦਾ ਅੱਜ ਤੁਹਾਨੂੰ ਆਇਆ ਹੀ ਆ, 9000 ਤੋਂ ਉੱਪਰ ਪਿਛਲੇ 18 ਸਾਲਾਂ 'ਚ ਕੱਲੇ ਕਿਸਾਨ, 9000 ਸਵਾ 9000। ਤੇ ਇਹ ਥੋੜੀ ਨਹੀਂ ਗੱਲ, ਹਾਲੇ ਕਿ ਸਰਕਾਰ 1800 ਕਹਿੰਦੀ ਹੈ, ਬਹੁਤ ਥੋੜੇ ਮੰਨਦੀ ਹੈ, ਹੈਗੇ ਬਹੁਤ ਜ਼ਿਆਦਾ ਆ, ਕਿਉਂਕਿ ਸਰਕਾਰਾਂ ਦੇ ਅੰਕੜੇ ਤੁਹਾਨੂੰ ਪਤਾ ਜਿਹੋ ਜਿਹੇ ਹੁੰਦੇ। ਹਾਂਜੀ, ਉਹ ਹਰ ਰੋਜ਼ ਅਖਬਾਰਾਂ ਦੱਸ ਹੀ ਦਿੰਦੀਆਂ, ਹਰ ਰੋਜ਼ ਕਿਸਾਨ ਖੁਦਕੁਸ਼ੀਆਂ ਦਾ। ਪਤਾ ਨਹੀਂ ਇਹ ਅੰਕੜੇ ਜਿਵੇਂ ਦੇ ਕੇਂਦਰ ਨੇ ਦਿੱਤੇ ਨੇ, ਉਹਦੇ ਉੱਤੇ ਵੀ ਬਹੁਤ ਸਵਾਲ ਖੜੇ ਹੋ ਰਹੇ ਨੇ। ਮੈਂ ਪ੍ਰੋਫੈਸਰ ਸਾਹਿਬ ਫਿਰ ਉਸੇ ਸਵਾਲ ਤੇ ਆਵਾਂ ਜਿਹਦੇ ਉੱਤੇ ਆਪਾਂ ਪਹਿਲਾਂ ਚਰਚਾ ਕਰ ਰਹੇ ਹਾਂ, ਕਿ ਧਿਆਨ ਵਿੱਚ ਆਉਂਦਾ ਕਿ ਲੋਕਾਂ ਨੇ ਚੁਣਿਆ ਪੰਜਾਬ ਦੇ ਵਿੱਚ 92 ਐਮਐਲਏਜ਼ ਨੂੰ ਆਪਣੀ ਸਰਕਾਰ ਬਣਾਉਣ ਦੇ ਲਈ, ਕਿ ਸਾਡੀ ਸਰਕਾਰ ਬਣੇਗੀ। ਇਸ ਉੱਤੇ ਰੋਕ ਕਿਉਂ ਨਹੀਂ ਲੱਗਦੀ? ਕਿ ਇਹਨੂੰ ਕੋਈ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਜਾ ਕੇ ਚੈਲੰਜ ਕੀਤਾ ਜਾਏ ਕਿ ਜੀ ਉੱਪਰੋਂ ਕਿਉਂ ਚੱਲੇ, ਕੇਂਦਰੀ ਲੀਡਰਸ਼ਿਪ ਕਿਉਂ ਚਲਾਏ? ਜਦੋਂ ਸੂਬੇ ਦੀ ਆਪਣੀ ਲੀਡਰਸ਼ਿਪ ਖੜੀ ਕਰ ਦਿੱਤੀ ਗਈ ਹੈ, ਲੋਕਾਂ ਨੇ ਚੁਣ ਲਿਆ, ਤਾਂ ਇਹ ਕਿਉਂ ਹੁੰਦਾ? ਇਹ ਤਕਰੀਬਨ ਸਾਰੀਆਂ ਜਿੰਨੀਆਂ ਕੇਂਦਰੀ ਪਾਰਟੀਆਂ ਨੇ ਸਾਰੀਆਂ ਇਦਾਂ ਹੀ ਕਰਦੀਆਂ, ਭਾਵੇਂ ਬੀਜੇਪੀ ਹੋਵੇ ਭਾਵੇਂ ਕਾਂਗਰਸ ਹੋਵੇ। ਪਰ ਆਮ ਆਦਮੀ ਪਾਰਟੀ ਤੋਂ ਕੁਝ ਵੱਖਰੀ ਉਮੀਦ ਕੀਤੀ ਜਾ ਰਹੀ ਸੀ। ਇਸ ਕਰਕੇ ਇਹਨਾਂ ਦੇ ਉੱਤੇ ਸਵਾਲ ਖੜਾ ਹੁੰਦਾ ਹੈ ਕਿ ਕਿਉਂ ਇਹ ਸਾਰਾ ਕੁਝ ਦਿੱਲੀ ਕੇਂਦਰਿਤ ਹੋ ਜਾਂਦਾ। ਜਿੰਨੀ ਅਫਸਰਸ਼ਾਹੀ ਹੈ ਉਹ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਆਵਾਜ਼ ਚੁੱਕਣੀ ਚਾਹੀਦੀ ਹੈ ਕਿ ਤੁਹਾਨੂੰ ਦਿੱਲੀ ਹਾਜ਼ਰੀਆਂ ਲਵਾਈਆਂ ਜਾ ਰਹੀਆਂ, ਸਰਕਾਰ ਤੁਹਾਡੀ ਇੱਥੇ ਬੈਠੀ ਹੈ। ਗੱਲ ਸੁਣੋ, ਫਰਕ ਹੈਗਾ ਦੂਜੀਆਂ ਪਾਰਟੀਆਂ ਦਾ, ਭਾਵੇਂ ਉਹ ਬੀਜੇਪੀ ਹੋਵੇ ਭਾਵੇਂ ਕਾਂਗਰਸ ਹੋਵੇ। ਉਹ ਇਹਨਾਂ ਤੋਂ ਆਪਣੇ ਕੰਮ ਤੇ ਆਪਣੇ ਬੰਦੇ ਤੇ ਐਡਜਸਟ ਕਰਾਉਂਦੀਆਂ, ਉਹ 'ਚ ਕੋਈ ਦੋ ਰਾਏ ਨਹੀਂ। ਪਰ ਬਿਊਰੋਕ੍ਰੇਸੀ ਦੀ, ਪੁਲਿਸ ਦੀ, ਹੋਰਨਾਂ ਰੈਵਨਿਊ ਮਹਿਕਮੇ ਦੀ, ਜਾਂ ਸਾਰਿਆਂ ਦੀ ਉਹ ਅਕਾਊਂਟੇਬਿਲਟੀ ਚੀਫ ਮਿਨਿਸਟਰ ਦੀ ਆ। ਉਹ ਚੀਫ ਮਿਨਿਸਟਰ ਕੋ ਆਉਂਦੇ, ਉਹ ਸੋਨੀਆ ਗਾਂਧੀ ਕੋ ਥੋੜੀ ਜਾਂਦੇ ਆ, ਜਾਂ ਰਾਹੁਲ ਗਾਂਧੀ ਕੋ ਥੋੜੀ ਜਾਂਦੇ ਆ, ਜਾਂ ਕੋਈ ਅਮਿਤ ਸ਼ਾਹ ਕੋ ਥੋੜੀ ਜਾਂਦਾ। ਜਿਹੜਾ ਜਾਂਦਾ ਉੱਪਰ ਹੀ ਜਾਂਦਾ, ਉਹ ਫਿਰ ਵੱਡਾ ਕੰਮ ਉਹਦਾ, ਉਹ ਥੱਲੇ ਸਟੇਟ ਵੱਲ ਵੇਖਦਾ ਨਹੀਂ ਹੈਗਾ। ਬਾਕੀ ਜਿਹੜੀ ਸਟੇਟ ਆ, ਉਹ ਸਟੇਟ ਦਾ ਚੀਫ ਮਿਨਿਸਟਰ ਪ੍ਰੈਕਟੀਕਲੀ ਚਲਾਉਂਦਾ। ਜੇ ਕੋਈ 19 ਕੀ ਮਾੜੀ ਮੋਟੀ ਗੱਲ ਹੋਵੇ ਤੇ ਉਹ ਉਥੋਂ ਲੀਡਰ ਆਪਣੇ ਤੌਰ ਤੇ ਕਰ ਲੈਂਦੇ, ਉਹਨਾਂ ਦਾ ਇੱਕ ਸੈੱਟ ਪੈਟਰਨ ਹੈਗਾ। ਇੱਥੇ ਤੇ ਇੰਨਾ ਸਵਾਦ ਲੈਣ ਦਾ, ਸੱਤਾ ਦਾ ਆਦਤ ਬਣ ਗਈ ਆ। ਕੇਜਰੀਵਾਲ ਤੇ ਜਾਣੀ ਪ੍ਰੈਕਟੀਕਲੀ ਇਹ ਸਮਝਦਾ ਕਿ ਚੀਫ ਮਿਨਿਸਟਰ ਤੇ ਮੈਂ ਹੀ ਆ। ਔਰ ਉਹਦਾ ਪਹਿਲਾਂ ਦਿੱਲੀ ਮਾਡਲ ਇੰਨਾ, ਅੱਜ ਗਏ ਹੋਏ ਆ ਟੀਚਰ, ਕੁਝ ਮਹਿਕਮੇ ਦੇ ਲੋਕ ਗਏ ਆ, ਕੁਝ ਹੋਰ ਗਏ ਆ, ਉੱਥੇ ਮਾਡਲ ਦੇਖਣ ਗਏ ਸਕੂਲਾਂ ਦਾ। ਯਾਰ ਇੰਨੀ ਵੀ ਗੁਰਬਤ ਕੀ ਆ ਗਈ ਆ? ਪੰਜਾਬ ਦੇ ਸਕੂਲ ਐਜੂਕੇਸ਼ਨ ਨੰਬਰ 1 ਤੇ ਨਿਕਲੀ ਨਹੀਂ ਨਿਕਲੀ ਹੈਗੀ। ਜਦੋਂ ਵੈਲਿਊਏਸ਼ਨ ਹੋਈ, ਵੱਡਾ ਸੈਂਪਲ ਲੈ ਕੇ ਸਰਕਾਰੀ ਅੰਕੜਿਆਂ ਦੇ ਵਿੱਚ ਪੰਜਾਬ ਦਾ ਸਕੂਲ ਸਿਸਟਮ ਨੰਬਰ 1 ਤੇ ਨਿਕਲਿਆ। ਇਹ ਉੱਥੇ ਕੀ ਕਰਨ ਗਏ ਆ? ਕਾਂਡ ਆਉਣ ਗਏ ਉਹਨਾਂ ਦੇ ਸਕੂਲਾਂ 'ਚ। ਉੱਥੇ ਮਤਲਬ ਕੁਝ ਤੇ ਤੁਸੀਂ ਬੋਲੋ ਕਿ ਸਾਨੂੰ ਕੋਈ ਲੋੜ ਨਹੀਂ ਆ ਤੁਹਾਡੇ ਮਾਡਲ ਦੀ।
ਸਾਡੇ ਜੇ ਆਪਣੇ ਟੀਚਰ ਅਣਗਹਿਲੀ ਕਰਦੇ ਆ ਤਾਂ ਉਹਨਾਂ ਨੂੰ ਆਪ ਤੁਸੀਂ ਸੁਧਾਰੋ। ਸਾਡਾ ਮਹਿਕਮਾ ਹੈਗਾ, ਸਾਡਾ ਸੈਕਟਰੀ ਹੈਗਾ, ਸਾਡਾ ਡਾਇਰੈਕਟੋਰੇਟ ਹੈਗਾ, ਸਾਰਾ DPI ਹੈਗਾ ਸਕੂਲ, ਉਹ ਖਿਚਾਈ ਕਰਨ, ਉਹਨਾਂ ਨੂੰ ਬਦਲੋ ਜੇ ਨਹੀਂ ਖਿਚਾਈ ਕਰਦੇ। ਜੇ ਕੋਈ ਕਮੀਆਂ ਤੇ ਉਹਨੂੰ ਦੂਰ ਕਰੋ। ਪੈਸਾ ਲੱਗਣਾ, ਪੈਸਾ ਲਾਓ, ਆਪੇ ਠੀਕ ਹੋ ਜਾਊਗਾ। ਇਸ ਲਈ ਉੱਥੋਂ ਪਤਾ ਨਹੀਂ ਕਿਹੜੀ ਚੀਜ਼ ਕਹਿਣਾ ਕੀ ਆ, ਕਿਉਂ ਇਹ ਹੋ ਰਿਹਾ ਸਾਰਾ। ਕਦੀ ਇਹ ਉੱਥੋਂ ਦੇ ਮਹੱਲਾ ਕਲੀਨਿਕ ਜਿਹੜੇ ਉਹਨਾਂ ਦੇ ਆਪਣੇ ਤੇ ਅੱਧੇ ਬੰਦ ਹੋ ਗਏ ਆ, ਸਾਡੇ ਇੱਥੇ ਖੋਲਣ ਚੱਲ ਪਏ ਆ। ਇਹ ਡਰਾਮਾ ਚ ਰਚਿਆ ਇਹ ਜਾ ਰਿਹਾ। ਹਵਾ ਸਮਝਦੇ ਆ, ਪਰਸੈਪਸ਼ਨ ਲੋਕਾਂ ਦੀ ਜਿਹੜੀ ਆ, ਇਸ ਕਿਸਮ ਦੀ ਹਵਾ ਚਲਾਉਣੀ ਹੈ। ਕੋਈ ਦਿੱਲੀ ਮਾਡਲ ਦੀ ਜਾਗ ਲੱਗੀ ਪੰਜਾਬ ਨੂੰ। ਪਹਿਲਾਂ ਤੇ ਏਡੀ ਵੱਡੀ ਜਿੱਤ ਹੋਈ, ਉਹ ਇੰਨਾ ਲੋਕਾਂ ਨੇ ਦਿੱਲੀ ਮਾਡਲ ਨੂੰ ਪਸੰਦ ਕੀਤਾ, ਕੇਜਰੀਵਾਲ ਨੂੰ ਪਸੰਦ ਕੀਤਾ। ਇਹ ਪ੍ਰਚਾਰ ਚੱਲ ਰਿਹਾ। ਹੁਣ ਉਸੇ ਮਾਡਲ ਤੇ ਚੱਲ ਕੇ ਪੰਜਾਬ ਨੇ ਐਡੀ ਵੱਡੀ ਤਰੱਕੀ ਕਰ ਲੈਣੀ ਆ ਹੋਰ 2 ਮਹੀਨਿਆਂ ਦੇ ਅੰਦਰ, ਪੁੱਛੋ ਹੀ ਨਾ। ਔਰ ਉਸ ਨੂੰ ਵੇਚਣਾ ਗਾਂ ਸ਼ੁਰੂ ਕਰਤਾ ਪੰਜਾਬ ਨੂੰ। ਜਾ ਕੇ ਕਦੀ ਹਿਮਾਚਲ ਚ ਵੇਚਦੇ ਆ, ਨਾਲ ਇਹਨੂੰ ਲੈ ਜਾਂਦੇ ਦਸਤਖਤ ਕਰਾਉਣ ਲਈ। ਸਾਡੇ ਚੀਫ ਮਿਨਿਸਟਰ ਭਾਊ ਨੂੰ, ਰਾਘਵ ਚੱਡੇ ਨੂੰ ਲੈ ਜਾ ਕਰੇ। ਚੀਫ ਮਿਨਿਸਟਰ ਨੂੰ ਕਿਉਂ ਲਿਜਾਂਦੇ ਆ? ਕਿਉਂਕਿ ਬਾਹਰ ਲੋਕਾਂ ਨੂੰ ਤੇ ਚੀਫ ਮਿਨਿਸਟਰ ਭਗਵੰਤ ਮਾਨ ਹੀ ਦਿਖਦਾ ਨਾ। ਉੱਥੇ ਲੈ ਜਾਂਦੇ ਆ ਸਰਕਾਰੀ ਖਰਚੇ ਦੇ ਉੱਤੇ, ਉੱਥੇ ਗੁਜਰਾਤ ਚ ਲੈ ਜਾਂਦੇ ਆ। ਹੁਣ ਜਿਹੜੇ ਪੰਜਾਬ ਦੀ ਜਿੱਤ ਝਾੜੂ ਵਾਲਿਆਂ ਦੀ ਹੋਈ ਹੈ, ਉਹ ਇਹਨਾਂ 92 ਬੰਦਿਆਂ ਨੂੰ ਝਾੜੂ ਫੜਾਤਾ। ਉਹ ਝਾੜੂ, ਇਹਨਾਂ ਨੂੰ ਤਾਂ ਕਹਿੰਦੇ ਤੁਸੀਂ ਝਾੜੂ ਫੇਰੀ ਜਾਓ, ਪੈਸੇ ਇਕੱਠੇ ਕਰੀ ਚੱਲੋ, ਹੋਰ ਜਿਹੜੀ ਸੱਤਾ ਨੂੰ ਵੀ ਇਕੱਠੇ ਕਰੀ ਚੱਲੋ, ਤੇ ਉਸ ਦਾ ਪਾਈਪ ਲਾ ਕੇ ਜੋ ਕੁਝ ਵੀ ਹੁੰਦਾ ਉਹ ਸਾਡੇ ਦਿੱਲੀ ਵੱਲ ਨੂੰ ਭੇਜੋ। ਤੇ ਦਿੱਲੀੋਂ ਫਿਰ ਅਸੀਂ ਗਾਂ ਕੇਜਰੀਵਾਲ ਨੂੰ 4 ਕਦਮ ਉੱਪਰ, 4 ਰਦੇ ਹੋਰ ਉੱਪਰ, ਨਰਿੰਦਰ ਭਾਈ ਮੋਦੀ ਨਾਲੋਂ ਵੀ ਉੱਪਰ ਦਾ ਪ੍ਰਧਾਨ ਮੰਤਰੀ ਅਸੀਂ ਬਣਾਉਣਾ। ਆ ਲਗਾਤਾਰ ਇੱਕ ਸਕੀਮ ਚੱਲ ਰਹੀ ਆ ਪੁਸ਼ ਕਰਨ ਦੀ। ਤੇ ਉਹ ਸੁਪਨੇ ਵੀ ਲੈ ਰਹੇ ਆ। ਮਤਲਬ ਐਂਬੀਸ਼ੀਅਸ ਹੋਣਾ ਕੋਈ ਬੁਰੀ ਗੱਲ ਨਹੀਂ ਹੈ। ਉਹ ਪੈਂਦੇ ਵੀ ਇਸੇ ਤਰੀਕੇ ਨਾਲ ਅੱਗੇ ਵੀ ਹਾਂ ਮੋਦੀ ਦੀ ਮੰਜੀ ਠੋਕ ਦੇਵਾਂਗੇ। ਹੁਣ ਠੋਕਦੀ ਆ ਕਿਹਦੀ ਨਹੀਂ ਠੋਕਦੀ, ਇਹ ਤੇ ਆਪਸ ਵਿੱਚ ਲੱਗੇ ਰਹਿਣ। ਸਾਨੂੰ ਤੇ ਕਿਸੇ ਨਾਲ ਨਹੀਂ ਹੈਗਾ, ਪਰ ਸਾਨੂੰ ਪੰਜਾਬ ਤੇ ਪੰਜਾਬੀਆਂ ਨਾਲ ਤੇ ਹੈਗਾ ਕਿ ਘੱਟੋ ਘੱਟ ਪੰਜਾਬ ਨੂੰ ਤੁਸੀਂ ਤੇ ਮਾਫ ਕਰ ਦਿਓ। ਤੁਸੀਂ ਤੇ ਇੱਥੇ ਵਿਵਸਥਾ ਬਦਲਣ ਆਏ ਸੀਗੇ, ਉਹ ਬਦਲੋ। ਔਰ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਆ, ਕਦਮ ਬਾ ਕਦਮ, ਮੈਂ ਨਹੀਂ ਕਹਿੰਦਾ ਰਾਤੋਂ ਰਾਤ ਕਰ ਦਿਓ, ਕਦਮ ਬਾ ਕਦਮ ਇੱਕ ਲੋਕਾਂ ਨੂੰ ਬਲੂ ਪ੍ਰਿੰਟ ਦੇ ਦਿਓ ਵੀ ਇੰਨੇ ਮਹੀਨਿਆਂ ਚ ਆ ਹੋਊ, ਇੰਨੇ ਮਹੀਨਿਆਂ ਚ। ਉਹ ਤੇ ਇਕੱਲੇ ਨਹੀਂ ਕਰਦੇ। ਔਰਤਾਂ ਦੀ ਪੈਨਸ਼ਨ ਦੀ ਗੱਲ ਹੁੰਦੀ ਦੁਬਾਰਾ? ਜਿੱਦਣ ਇਹ ਸਾਹਮਣੇ ਆਈ ਬਿਜਲੀ ਦੇ ਬਿੱਲਾਂ ਨੂੰ 100 ਕੰਡੀਸ਼ਨ ਲੱਗ ਜਾਣੀਆਂ। ਮੇਰਾ ਖਿਆਲ ਨਹੀਂ ਹੈ 10% ਵੀ ਔਰਤਾਂ ਨੂੰ ਇਹ ਜਿਹੜਾ 12,000 ਰੁਪਇਆ ਮਿਲੂ। 10% ਹੀ ਇਹਨਾਂ ਨੇ 10-15 ਨੂੰ ਰਹਿਣਾ, ਬਾਕੀ ਫਿਰ ਮਲੀ ਜਾਣਗੇ। ਜਿਵੇਂ 15-15 ਲੱਖ ਮੋਦੀ ਦਾ ਆ ਗਿਆ ਸੀ ਅਕਾਊਂਟਸ ਵਿੱਚ, ਉਂਝ ਹੀ ਇਹਨਾਂ ਦਾ ਆ ਜਾਊਗਾ 12,000 ਆ ਜਾ, ਹਰ ਮਹੀਨੇ 1000 ਆਇਆ ਕਰੂਗਾ। ਜਾਣੀ ਲੋਕਾਂ ਦਾ ਬੇਵਕੂਫ ਬਣਾਉਣ ਦਾ ਮਾਡਲ ਬਹੁਤ ਤਕੜਾ। ਇਹਨਾਂ ਨੇ ਬਹੁਤ ਜ਼ਿਆਦਾ ਸਕੀਮ ਆਪਣੇ ਤੌਰ ਤੇ ਇਹੋ ਜਿਹੇ ਦਾ ਪੇਚ ਸਿੱਖ ਚੁੱਕੇ ਆ। ਪਰ ਇਹਨਾਂ ਦਾ ਨਾ ਜਿਹੜੇ ਗੁਬਾਰੇ ਚੜਾ ਕੇ ਲੋਕਾਂ ਦਾ ਐਵੇਂ ਮਨ ਦੇ ਵਿੱਚ ਨਵੀਂ ਤੋਂ ਨਵੀਂ ਇੱਕ ਅਡਾਰੀ, ਮਾਨਸਿਕ ਅਡਾਰੀ ਦੇ ਨਾਲ ਹੀ ਕੰਮ ਨੂੰ ਚਲਾਈ ਜਾਣਾ, ਧਰਾਤਲ ਤੇ ਲੋਕ ਵੇਖ ਰਹੇ ਆ। ਮੈਂ ਬਾਰ-ਬਾਰ ਇਸ ਗੱਲ ਦੀ ਕਹਿਣਾ ਆ ਕਿ ਇਹਦਾ ਛੇਤੀ ਬਹੁਤਾ ਟਾਈਮ ਨਹੀਂ ਹੈ, ਛੇਤੀ ਪਟਾਕਾ। ਤੇ ਜੇ ਇਹਦਾ ਪੈਣਾ ਕਿੱਥੇ ਪਟਾਕਾ ਇਹ ਵੀ ਦੱਸ ਦਿਆਂ। ਇਹ ਗੁਜਰਾਤ ਹਿਮਾਚਲ ਚ ਨਹੀਂ, ਉੱਥੇ ਤੇ ਬਾਅਦ ਚ ਦੇਖਾਂਗੇ। ਆ ਲੈ ਪੰਜਾਬ ਚ ਪਿਆ ਹੀ ਲੈ, ਸ਼ੁਰੂ ਹੋ ਗਿਆ ਜੀ। ਪ੍ਰੋਫੈਸਰ ਸਾਹਿਬ ਇੱਕ ਦੂਜੀ ਗੱਲ ਇਹ ਆ ਕਿ ਵਿਜੀਲੈਂਸ ਜਿਹੜੀ ਹੈ ਉਹ ਮੁੱਖ ਮੰਤਰੀ ਸਾਹਿਬ ਦੇ ਕਹਿਣ ਤੇ ਕਾਫੀ ਐਕਟਿਵ ਨਜ਼ਰ ਆਉਂਦੀ ਹੈ। 2 ਖਬਰਾਂ ਇਕੱਠੀਆਂ ਨੇ ਕਿ ਇੱਕ ਤਾਂ ਲੁਧਿਆਣੇ ਦੇ ਵਿੱਚ ਉਹਨਾਂ ਨੇ ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਤੇ ਪਰਚਾ ਦਰਜ ਕੀਤਾ, ਉਹਨਾਂ ਦੇ OSD ਨੂੰ ਗ੍ਰਿਫਤਾਰ ਕਰ ਲਿਆ ਗਿਆ, ਕੋਈ ਪਲਾਟਾਂ ਦਾ ਮਾਮਲਾ। ਤੇ ਇੱਕ ਜਿਹੜਾ ਸਾਬਕਾ ਜਿਹੜੇ ਪੰਚਾਇਤ ਮੰਤਰੀ ਰਹੇ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਨਾਲ ਜੁੜਿਆ, ਉਹਨਾਂ ਦੇ ਵਿਭਾਗ ਨਾਲ ਜੁੜਿਆ ਰਿਹਾ। ਕਹਿੰਦੇ ਆਖਰੀ ਦਿਨਾਂ ਦੇ ਵਿੱਚ ਉਹ ਵੀ ਕੋਈ ਘੁੱਗੀ ਮਾਰ ਗਏ ਤੇ ਉਸ ਤੋਂ ਬਾਅਦ 2 ਸਾਬਕਾ IAS ਅਫਸਰ ਵੀ ਉਹਨਾਂ ਦੇ ਨਾਲ ਸੀ। ਕੁਝ ਇਹੋ ਜਿਹਾ ਸਾਹਮਣੇ ਆਇਆ। ਇਹ ਆਪਣੇ ਆਪ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਸਰਕਾਰ ਕੁਝ ਨਾ ਕੁਝ ਤਾਂ ਜਿਵੇਂ ਕਹਿੰਦੇ ਗੋਲੇ 'ਚ ਪੂਣੀ ਕੱਤਣ ਵਾਲਾ ਕੰਮ ਕਰ ਰਹੀ ਹੈ। ਨਹੀਂ ਜੇ ਦੇਖੋ ਇਹ ਭ੍ਰਿਸ਼ਟਾਚਾਰ ਖਤਮ ਕਰ ਸਕਦੇ ਆ ਜਾਂ ਭ੍ਰਿਸ਼ਟਾਚਾਰੀਆਂ ਨੂੰ ਜੇਲ੍ਹ 'ਚ ਦੇ ਸਕਦੇ ਆ। 2 ਗੱਲਾਂ ਅਲੱਗ-ਅਲੱਗ ਹੈ। ਇੱਕ ਭ੍ਰਿਸ਼ਟਾਚਾਰ ਦਾ ਸਿਸਟਮ ਆ, ਉਹਨੂੰ ਖਤਮ ਕਰ ਦੇਣ, ਫਿਰ ਤੇ ਸੋਨੇ ਤੇ ਸੁਹਾਗਾ, ਫਿਰ ਤੇ ਇਹਨਾਂ ਦੇ ਨੰਬਰ ਕਾਫੀ ਉੱਪਰ ਹੋ ਜਾਣਗੇ। ਅਸੀਂ ਉਮੀਦ ਕਰਦੇ ਹਾਂ ਕਿ ਕਰਨਗੇ। ਦੂਸਰਾ, ਪਰ ਇਸ ਵੇਲੇ ਮੈਂ ਦੱਸ ਦਿਆਂ ਕਿ ਭ੍ਰਿਸ਼ਟਾਚਾਰ ਕਿਤੇ ਵੀ ਰੁਕਿਆ ਨਹੀਂ। ਪਹਿਲਾਂ ਵਾਂਗੂ, ਪਹਿਲਾਂ ਨਾਲੋਂ 4 ਰੱਤੀਆਂ ਵੱਧ ਹੀ ਚੱਲ ਰਿਹਾ। ਜਾ ਕੇ ਥੱਲੇ ਤੁਸੀਂ ਕਿਤੇ ਵੀ ਜਾ ਕੇ ਦੇਖ ਲਓ, ਹਾਹਾਕਾਰ ਮੱਚੀ ਹੋਈ ਹੈ। ਜੇ ਸਿਸਟਮ ਨੂੰ ਰੋਕ ਕੇ ਨਵਾਂ ਸਿਸਟਮ ਲੈ ਆਉਣ, ਬੜੀ ਚੰਗੀ ਗੱਲ ਹੈ। ਜੇ ਕੁਝ ਭ੍ਰਿਸ਼ਟਾਚਾਰੀਆਂ ਨੂੰ ਵੀ ਫੜ ਕੇ ਦਿੰਦੇ ਹੈ ਤਾਂ ਫਿਰ ਉਹ ਵੀ ਲੋਕੀ ਤਾੜੀ ਮਾਰਨਗੇ। ਸਾਨੂੰ ਵੀ ਉਸ ਗੱਲ ਦੀ ਖੁਸ਼ੀ ਹੋਊਗੀ ਕਿ ਗਲਤ ਕੰਮ ਨਹੀਂ ਹੋਣੇ ਚਾਹੀਦੇ। ਉਹ ਤੁਸੀਂ ਦੋਵੇਂ ਨਾਂ ਲਏ ਆ, ਰਮਨ ਬਾਲਾ ਸੁਬਰਾਮਨੀਅਮ ਦਾ, ਉਹ ਚੇਅਰਮੈਨ ਸੀਗੇ ਲੁਧਿਆਣੇ ਦੇ,
ਇੰਪਰੂਵਮੈਂਟ ਟਰਸਟ ਦੇ ਸ਼ਾਇਦ, ਜਾਂ ਹਾਂ ਇਸ ਕਿਸਮ ਦੇ ਉਹ ਸੀ। ਤੇ ਕੋਈ ਪਲਾਟਾਂ ਦਾ ਉਹਨਾਂ ਦਾ ਚੱਕਰ ਹੈਗਾ ਕਿ ਉਹਨਾਂ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਪਲਾਟ ਵੇਚੇ ਜਾਂ ਦਿੱਤੇ, ਤੇ ਉਹਦੇ ਚੋਂ ਕਹਿੰਦੇ ਵੀ ਇਸ ਤਰੀਕੇ ਨਾਲ ਉਹ ਸਾਰੇ ਅਕਾਊਂਟ ਦੇ ਵਿੱਚੋਂ ਪਤਾ ਲੱਗ ਜਾਊਗਾ। ਉਹ ਜਿਵੇਂ ਐਜੂਕੇਸ਼ਨ ਮਿਨਿਸਟਰ ਦੀ ਜਿਹੜੀ ਮਦਦਗਾਰ ਆ ਕੋਈ ਉੱਥੇ ਪੱਛਮੀ ਬੰਗਾਲ 'ਚ, ਤੇ ਕਾਫੀ ਵੱਡੇ ਵੱਡੇ ਢੇਰ ਰੋਜ਼ ਦਿਖਾਉਂਦੇ, ਪਤਾ ਨਹੀਂ ਇੰਨੇ ਪੈਸੇ ਨੋਟ ਕਿੱਥੋਂ ਆਉਂਦੇ, ਵੱਡਾ ਢੇਰ। ਉੱਥੇ ਐਂ ਲੱਗਦਾ ਜਿਵੇਂ ਕੂੜੇ ਦਾ ਢੇਰ ਹੋਵੇ ਨੋਟਾਂ ਦਾ। ਇਹ ਕਹਿੰਦੇ ਜੀ 20 ਕਰੋੜ, ਫਿਰ ਕਹਿੰਦੇ ਦੂਜੇ ਫਲੈਟ ਨੂੰ ਵੀ ਦੇਖ ਲਓ, ਕਹਿੰਦੇ ਜੀ ਉੱਥੇ 21 ਕਰੋੜ। ਇਸ ਕਿਸਮ ਦਾ ਕੰਮ ਹੈ ਵੀ ਜੇ ਕੋਈ ਇਹੋ ਜਿਹੇ ਮੋਟੇ ਕਰੋੜ ਕਿਸੇ ਨੇ ਬਣਾਏ ਆ, ਉਹ ਵਾਪਸ ਖਜ਼ਾਨੇ 'ਚ ਆਉਣੇ ਚਾਹੀਦੇ ਆ, ਤੇ ਉਹਨਾਂ ਬੰਦਿਆਂ ਦਾ ਵੀ ਪੁੱਛਗਿੱਛ ਕਰ ਲੈਣੀ ਚਾਹੀਦੀ, ਜਿਹੋ ਜਿਹੀ ਕਾਨੂੰਨ ਹੁੰਦੀ ਹੈ। ਜਿਹੜੀ ਗੱਲ ਤੁਸੀਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ, ਉਹਦੀਆਂ 2 ਰਿਪੋਰਟਾਂ ਮੈਂ ਜਿੰਨੀ ਕੁ ਰਿਪੋਰਟ ਆਈ ਅਖਬਾਰਾਂ 'ਚ, ਤੇ ਇੱਕ ਪਾਸੇ ਤੇ ਇਹ ਕਹਿੰਦੇ ਕਿ 16 ਲੱਖ ਰੁਪਏ ਦਾ ਪੰਚਾਇਤ ਨੂੰ ਫਾਇਦਾ ਹੋਊਗਾ ਜੇ ਇਸ ਤਰੀਕੇ ਨਾਲ ਨਾ ਕੀਤਾ ਜਾਂਦਾ, ਜਿਹਨੂੰ ਇਹ ਗੈਰ ਕਾਨੂੰਨ ਕਹਿੰਦੇ ਆ। ਦੂਜੇ ਪਾਸੇ ਕਹਿ ਰਹੇ ਆ ਜਿਹੜੇ ਮੰਤਰੀ ਸਾਹਿਬਾਨ ਹੋਣ ਵਾਲੇ ਕੁਲਦੀਪ ਧਾਲੀਵਾਲ ਕਿ 28 ਕਰੋੜ ਦਾ ਘਪਲਾ। 16 ਲੱਖ ਦਾ ਤੇ 28 ਕਰੋੜ ਦਾ ਬਹੁਤ ਫਰਕ ਹੈ। ਇਹ ਗੱਲ ਦਾ ਵੀ ਨਿਤਾਰਾ ਹੋਣਾ ਚਾਹੀਦਾ। ਸਾਰੀ ਗੱਲ ਦਾ ਪਹਿਲੀ ਪੰਚਾਇਤ ਵੇਲੇ ਰੇਟ ਬਣੇ, ਫਿਰ ਨਵੀਂ ਪੰਚਾਇਤ ਆ ਗਈ, ਉਹ ਕਹਿੰਦੇ ਨਵੀਂ ਪੰਚਾਇਤ ਤੋਂ ਦੁਬਾਰਾ ਅਪਰੂਵ ਹੋਣੇ ਸੀ, ਫਿਰ ਜੀ ਰੇਟ ਡੀਸੀ ਨੇ ਥੱਲੇ ਕਰਤੇ, ਫਿਰ ਉਹ ਰੇਟ ਘੱਟ ਹੋ ਗਏ, ਵੱਧ ਹੋ ਗਏ। ਲੰਬੀ ਕਹਾਣੀ ਆ, ਲੰਬੀ ਇਨਕੁਆਇਰੀ ਆ। ਜਿਹੜਾ ਤੋੜਾ ਇਹਦੇ 'ਚ ਮੁੱਖ ਤੌਰ ਤੇ ਆ ਵੀ 10 ਤਰੀਕ ਨੂੰ ਜਦੋਂ ਸਰਕਾਰ 10 ਤਰੀਕ ਨੂੰ ਰਿਜ਼ਲਟ ਆ ਜਾਂਦੇ ਆ, 10 ਤਰੀਕ ਨੂੰ ਰਿਜ਼ਲਟ ਆ ਜਾਂਦੇ ਆ, ਉਦੋਂ ਤੱਕ ਇਹੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਜੇ ਮਿਨਿਸਟਰ ਹੈਗੇ, ਤੇ 11 ਤਰੀਕ ਨੂੰ ਦਸਤਖਤ ਕਰਕੇ ਤੇ ਉਹ ਡੀਲ ਹੋ ਜਾਂਦੀ 11 ਮਾਰਚ। ਸਮਝ ਗਏ? ਇੱਕ ਦਿਨ ਬਾਅਦ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕਹਿੰਦੇ ਕਿ ਮੈਂ ਲਾਅ ਵਾਲਿਆਂ ਨੂੰ ਪੁੱਛਿਆ, ਉਹ ਕਹਿੰਦੇ ਕਿ ਇਹ ਗੈਰ ਕਾਨੂੰਨੀ ਨਹੀਂ ਹੈ, ਜਾਣੀ ਐਥੀਕਲੀ ਨੈਤਿਕ ਤੌਰ ਤੇ ਮਾੜੀ ਗੱਲ ਹੋ ਸਕਦੀ ਆ, ਕਾਨੂੰਨਨ ਤੌਰ ਤੇ ਨਹੀਂ। ਹੁਣ ਇਹ ਗੱਲਾਂ ਤੇ ਸਰਕਾਰ ਜਾਣਨ, ਸਰਕਾਰ ਦੇ ਬੰਦੇ ਜਾਣਨ, ਜਾਂ ਪੁਰਾਣੇ ਮੰਤਰੀ ਜਾਣਨ, ਜਾਂ ਹੁਣ ਵਾਲੇ ਜਾਣਨ, ਜਾਂ ਭਗਵੰਤ ਮਾਨ ਜਾਏ, ਜਾਂ ਕੇਜਰੀਵਾਲ ਜਾਣੇ। ਅਸੀਂ ਚਾਹੁੰਦੇ ਹਾਂ ਕਿ ਸਿਸਟਮ ਭ੍ਰਿਸ਼ਟ ਨਾ ਹੋਵੇ। ਜੇ ਕਿਸੇ ਨੇ ਮਲਾਈਆਂ ਲੋੜ ਤੋਂ ਜ਼ਿਆਦਾ ਖਾ ਲਿਆ, ਖਾਣੀ ਤੇ ਥੋੜੀ ਵੀ ਨਹੀਂ ਚਾਹੀਦੀ, ਪਰ ਜਦੋਂ ਖਾਣ ਲੱਗ ਪੈਂਦਾ ਆਦਤ ਪੈ ਜਾਂਦੀ, ਫਿਰ ਬੰਦਾ ਅੱਗੇ ਪਿੱਛੇ ਨਹੀਂ ਦੇਖਦਾ। ਤੇ ਜਦੋਂ ਜੇ ਮਲਾਈਆਂ ਕਿਸੇ ਨੇ ਖੁੱਲ ਕੇ ਖਾਧੀਆਂ, ਤੇ ਹੁਣ ਫਿਰ ਦੇਖੋ ਜਿਹੜੇ ਰੋਟੀ ਮੇਰੀ ਕਾਟ ਕੀ ਲਾਵਣ ਮੇਰੀ ਭੁੱਖ, ਜਿੰਨਾ ਖਾਧੀਆਂ ਚੋਪੜੀਆਂ ਘਣੇ ਸਹਿਣਗੇ ਦੁੱਖ। ਇਹ ਤੇ ਪਹਿਲਾਂ ਹੀ ਫਰੀਦ ਹੋਰ ਸਾਡੇ ਗੁਰੂ ਜੀ ਸਾਹਿਬਾਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ। ਇਹ ਉੱਥੇ ਪੜ੍ਹਦੇ ਜਾਂ ਮੱਥਾ ਵੀ ਟੇਕਦੇ ਆ, ਪਰ ਅਮਲ ਨਹੀਂ ਕਰਦੇ। ਹੁਣ ਜਿਨ੍ਹਾਂ ਨੇ ਪਹਿਲਾਂ ਹੀ ਸੁੱਕੀਆਂ ਖਾਧੀਆਂ, ਤੇ ਉਹਨਾਂ ਨੂੰ ਤੇ ਕੋਈ ਫਰਕ ਨਹੀਂ, ਉਹ ਤੇ ਐਨ ਟਹਿਕਦੇ ਫਿਰਦੇ ਆ, ਵੜਕਦੇ ਫਿਰਦੇ ਆ। ਕੋਈ ਵੀ ਆਵੇ, ਨੰਗ ਚੋਰ ਨੰਗ ਪੁੱਤ ਚੋਰਾਂ ਨਾਲ ਖੇਡੇ, ਉਹਦਾ ਕੀ ਲੈ ਜਾਓਗੇ? ਉਹਦੇ ਕੋਲ ਹੈ ਹੀ ਨਹੀਂ, ਦੇ ਹੀ ਜਾਓਗੇ ਕੁਛ। ਜਿਨ੍ਹਾਂ ਨੇ ਮਲਾਈਆਂ ਖਾਧੀਆਂ ਜਿਨ੍ਹਾਂ ਨੇ ਮਲਾਈਆਂ ਖਾਧੀਆਂ, ਉਹਨਾਂ ਨੂੰ ਡਾਰਿਆ, ਉਹ ਨੀਂਦ ਦੀ ਗੋਲੀ ਲੈ ਕੇ ਵੀ ਸੌਂਦੇ ਆ। ਹੋਰ ਵੀ ਕਈ ਪੰਗੇ ਪੈ ਰਹੇ ਆ, ਤੇ ਅਖਬਾਰਾਂ 'ਚ ਵੀ ਕਾਫੀ ਸਪੇਸ ਨੂੰ ਖਰਾਬ ਹੀ ਕੀਤਾ ਜਾਂਦਾ। ਮੈਨੂੰ ਤਾਂ ਲੱਗਦਾ ਚੰਗੇ ਕੰਮ ਲਈ, ਆ ਗਰੀਬਾਂ ਦਾ ਭਲਾ ਹੋਇਆ, ਆ ਹੋਇਆ, ਆ ਹੋਇਆ, ਇਹੋ ਜਿਹੀਆਂ ਖਬਰਾਂ ਆਉਣ, ਸਾਨੂੰ ਵੀ ਸਕੂਨ ਮਿਲੇ ਕਿ ਹਾਂ ਬਈ ਕੋਈ ਚੰਗੇ ਕੰਮ ਹੋ ਰਹੇ ਆ। ਜੇ ਆਹ ਹੀ ਆਉਣਾ ਕਿ ਕਦੀ ਕੋਈ ਧਰਮ ਦਾ ਆ ਜਾਂਦਾ, ਕਦੀ ਕੋਈ ਮਰਨ ਵਾਲਿਆਂ ਦਾ ਆ ਜਾਂਦਾ, ਕਿਸੇ ਦਾ ਸੁਸਾਈਡ ਦਾ ਆ ਜਾਂਦਾ, ਕਿਸੇ ਦਾ ਨਸ਼ੇ ਨਾਲ ਮਰਨ ਵਾਲੇ ਦਾ ਆ ਜਾਂਦਾ, ਕੋਈ ਐਕਸੀਡੈਂਟ ਦਾ ਆ ਜਾਂਦਾ, ਇਹਦੇ ਨਾਲ ਕਾਫੀ ਮਾਯੂਸੀ ਹੀ ਫੈਲ ਰਹੀ ਹੈ ਹਾਲ ਦੀ ਘੜੀ। ਤੇ ਕੋਈ ਚੰਗੇ ਕੰਮ ਸ਼ੁਰੂ ਹੋ ਜਾਣ, ਤੇ ਮੇਰਾ ਖਿਆਲ ਲੋਕਾਂ ਦੀ ਉਮੀਦ ਜਿਹੜੀ ਵੱਜੂਗੀ ਇਸ ਸਰਕਾਰ ਤੇ। ਜੀ ਜੀ ਜੀ, ਬਿਲਕੁਲ। ਜਿੱਥੋਂ ਤੱਕ ਤੁਸੀਂ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਹੋ, ਲੋਕਾਂ ਦੇ ਜਿਹੜੇ ਨੇ ਉਹ ਗਿਲੇ ਸ਼ਿਕਵੇ ਸਰਕਾਰ ਪ੍ਰਤੀ ਨੇ, ਗੁੱਸਾ ਵੀ ਆ ਕਿ ਸਰਕਾਰ ਕਹਿੰਦੀ ਸੀ ਕਿ ਅਸੀਂ ਭ੍ਰਿਸ਼ਟਾਚਾਰ ਬੰਦ ਕੀਤਾ, ਮਾਲ ਮਹਿਕਮੇ ਜਾ ਕੇ ਦੇਖੋ ਲੋਕ ਤਰਲੇ ਕੱਢਦੇ ਫਿਰਦੇ, ਰਜਿਸਟਰੀਆਂ ਨਹੀਂ ਹੋ ਰਹੀਆਂ, ਜਾਂ ਇੰਤਕਾਲ, ਜਾਂ ਉਹ ਕਹਿੰਦੇ ਟੈਕਸ ਐਂਟਰੀਆਂ ਨਹੀਂ ਹੋ ਰਹੀਆਂ। ਬਹੁਤ ਕੁਝ ਇਹੋ ਜਿਹਾ ਜਿਹੜਾ ਹਲੇ ਵੀ ਪਰਦੇ ਓਲੇ ਨਹੀਂ, ਸਾਹਮਣੇ ਨੰਗਾ ਚਿੱਟਾ ਦਿਖਦਾ ਕਿ ਆਹ ਦੇਖੋ ਕਿਵੇਂ ਰਿਸ਼ਵਤ ਚੱਲਦੀ ਹੈ, ਕਿਵੇਂ ਸਭ ਕੁਝ ਚੱਲ ਰਿਹਾ, ਸਰਕਾਰ ਉੱਤੋਂ ਕਿਵੇਂ ਉਹਨੂੰ ਮੈਨੇਜ ਕਰ ਰਹੀ ਹੈ। ਇਹ ਵੀ ਆਪਣੇ ਆਪ 'ਚ ਵੱਡਾ ਸਵਾਲ ਹੋ ਜਾਂਦਾ। ਕੁਝ ਸਾਡੇ ਪੱਤਰਕਾਰਾਂ ਤੇ ਵੀ ਪ੍ਰੋਫੈਸਰ ਸਾਹਿਬ ਕਈ ਵਾਰੀ ਸਵਾਲ ਉੱਠਦਾ। ਮੈਂ ਪਿਛਲੇ ਦਿਨਾਂ ਦੇ ਵਿੱਚ ਅਮਨ ਅਰੋੜਾ ਜਿਹੜੇ ਮੰਤਰੀ ਸਾਹਿਬ ਬਣੇ ਨਵੇਂ, ਉਹਨਾਂ ਨੇ ਪਟਿਆਲੇ ਦਾ ਦੌਰਾ ਕੀਤਾ। ਉੱਥੇ ਪੱਤਰਕਾਰਾਂ ਦੇ ਸਵਾਲ ਜਿਹੜੇ ਨੇ ਉਹ ਜ਼ਿਆਦਾਤਰ ਆਪਣੇ ਆਪ ਦੇ ਉੱਤੇ ਸੀਗੇ ਕਿ ਜੀ ਤੁਸੀਂ ਸਾਨੂੰ ਕੀ ਦੇ ਰਹੇ ਹੋ, ਸਰਕਾਰ ਸਾਡੇ ਲਈ ਕੀ ਕਰ ਰਹੀ ਹੈ, ਬਜਾਏ ਇਸ ਦੇ ਕਿ ਉਹ ਜਿਹੜੇ ਮੁੱਦੇ ਦੇ ਉੱਤੇ ਆਏ ਨੇ ਉਸ ਉੱਤੇ ਸਵਾਲ ਕੀਤੇ ਜਾਣ। ਮੰਤਰੀ ਸਾਹਿਬ ਨੇ ਵੀ ਕਿਹਾ ਕਿ ਭਾਈ ਮੈਂ ਅਰਬਨ ਡਿਵੈਲਪਮੈਂਟ ਦੀ ਗੱਲ ਕਰ ਰਿਹਾ, ਤੁਸੀਂ ਆਪਣੀ ਡਿਵੈਲਪਮੈਂਟ ਵਾਲੇ ਪਾਸੇ ਲੱਗੇ ਹੋ। ਮਤਲਬ ਕਿ ਪੱਤਰਕਾਰਾਂ ਨੂੰ ਵੀ ਇਸ ਚੀਜ਼ ਨੂੰ ਸਮਝਣਾ ਚਾਹੀਦਾ। ਦੇਖੋ ਜ਼ਿੰਮੇਵਾਰ ਤੇ ਸਾਰਿਆਂ ਨੂੰ ਹੋਣਾ ਪੈਂਦਾ, ਪਰ ਜਦੋਂ ਆਵਾ ਆਊ ਤੇ ਜੇ ਹਰ ਕੋਈ ਸੋਚਦਾ ਚਲੋ ਵਗਦੀ ਗੰਗਾ ਚੋਂ ਹੱਥ ਧੋ ਲਓ, ਵਗੀ ਤੇ ਜਾਂਦੀ ਆ। ਗੰਗਾ ਤੇ ਮੈਲੀ ਹੋਣੀ ਨਹੀਂ, ਪਰ ਗੰਗਾ ਮੈਲੀ ਹੋ ਰਹੀ ਹੈ। ਉੱਥੇ ਦੇਖੋ 2000 ਕਰੋੜ ਦਾ ਪ੍ਰੋਜੈਕਟ ਲਾਇਆ, ਫਿਰ ਵੀ ਸਾਫ਼ ਨਹੀਂ ਹੋਈ, ਪੈਸਾ ਵੀ ਮੁੱਕ ਜਾਣਾ।
ਤੇ ਗੰਗਾ ਕਾਫੀ ਮੈਲੀ ਹੈ, ਹੱਥ ਹੁੱਥ ਧੋਣਗੇ ਤੇ ਮੈਲੇ ਹੀ ਹੋਣਗੇ। ਇਹ ਤੇ ਬੰਦੇ ਸੋਚ ਲੈਣੇ, ਪਹਿਲੀ ਗੰਗਾ ਨਹੀਂ ਹੈਗੀ। ਹੁਣ ਤੇ ਕੋਈ ਨਵਾਂ ਹੀ ਸਾਬਣ ਤੇ ਸ਼ੈਂਪੂ ਲਾਉਣਾ ਪਊ ਜੇ ਹੱਥ ਇਹਨਾਂ ਨੇ ਸਾਫ਼ ਕਰਨੇ ਆ। ਕਾਫੀ ਸਿਸਟਮ ਭ੍ਰਸ਼ਟ ਹੋ ਗਿਆ, ਮੇਰਾ ਮਤਲਬ ਕੋਈ ਆਸਾ ਪਾਸਾ ਬਚਿਆ ਨਹੀਂ। ਹਾਲਤ ਇਹ ਹੈ ਕਿ ਜੇ ਕਿਸੇ ਦਾ ਮਤਲਬ IAS ਔਰਤ ਹੋਵੇ ਜਾਂ ਮਰਦ ਹੋਵੇ, ਜਿਹਦਾ ਵਿਆਹ ਹੋ ਜਾਂਦਾ, ਉਹ ਕਹਿੰਦੇ ਵੀ ਫਿਰ ਹੁਣ ਮਜ਼ੇ ਤੇ ਕਰਾਓ। ਉਹ ਦੇਖੋ ਉਹਨੇ ਕੀ ਕਰ ਲਿਆ, ਇੰਨੇ ਪਲਾਟ ਲੈ ਲਏ, ਇੰਨੀਆਂ ਗੱਡੀਆਂ ਲੈ ਲਈਆਂ, ਬਾਹਰ ਦਾ ਕੋਈ ਹੂਟਾ ਦਵਾਇਆ ਹੀ ਨਹੀਂ। ਇਹ ਇੱਕ ਕਲਚਰ ਬਣ ਗਿਆ। ਇਹ ਤੇ ਕੋਈ ਸੋਚਦਾ ਹੀ ਨਹੀਂ ਵੀ ਅਸੀਂ ਜਾਣੀ ਸਰਕਾਰੀ ਨੌਕਰੀ ਨੂੰ ਤੇ ਸਮਝਦੇ ਵੀ ਇਹ ਤੇ ਸਾਡੀ ਪੈਨਸ਼ਨ ਹੀ ਆ, ਬਾਕੀ ਉੱਪਰੋਂ ਮਾਲ ਕਿੰਨਾ ਆਉਂਦਾ, ਅਸਲੀ ਇਨਕਮ ਉਹ ਆ। ਇਹ ਜਿਹੜਾ ਕਲਚਰ ਚੱਲ ਪਿਆ ਨਾ ਕਿ ਸਾਡੇ ਪੰਜਾਬ ਦੇ ਵਿੱਚ ਬੜਾ, ਉਹਨੇ ਬਹੁਤ ਪੱਠਾ ਬਿਠਾਇਆ। ਉਹਦੇ ਨਾਲ ਕੀ ਹੋ ਰਿਹਾ ਕਿ ਜਿਹੜਾ ਥੱਲੇ 40-50% ਗਰੀਬ ਗੁਰਬਾ, ਉਹਦੀ ਹਾਲਤ ਤੇ ਦੇਖੀ ਨਹੀਂ ਜਾਂਦੀ। ਆ ਜਿਹੜਾ ਕਹਿੰਦੇ ਨੱਚਦਾ ਤੇ ਗਾਉਂਦਾ ਤੇ ਹੱਸਦਾ ਪੰਜਾਬ, ਪੰਜਾਬ ਪਤਾ ਨਹੀਂ ਕਿਹਨੂੰ ਸਮਝਦੇ ਆ, 15-20% ਨੂੰ ਹੀ ਪੰਜਾਬ ਸਮਝਦੇ ਆ, ਜਿਹੜਾ ਆ ਕੇ ਸਟੇਜਾਂ ਤੇ ਭੰਗੜੇ ਪਾਉਂਦਾ ਫਿਰਦਾ ਜਾਂ ਮੀਡੀਆ ਸਾਹਮਣੇ ਟਹਿਕਦਾ ਫਿਰਦਾ। ਬਾਕੀ ਆਮ ਬੰਦਾ ਤੇ ਤੁਸੀਂ ਇਹ, ਤੁਹਾਨੂੰ ਵੇਖ ਕੇ ਹੈਰਾਨੀ ਹੋਊਗੀ ਕਿ ਇਹ ਪੰਜਾਬ ਆ ਔਰ ਇਹ ਪੰਜਾਬੀ ਹੈ, ਜਿਨ੍ਹਾਂ ਨੂੰ ਦੋ ਡੰਗ ਰੋਟੀ ਵੀ ਨਸੀਬ ਨਹੀਂ ਹੁੰਦੀ। ਇਹ ਬੜਾ ਪਾਪ ਆ ਗੁਰੂ ਨਾਨਕ ਦੀ ਧਰਤੀ ਤੇ। ਇਹ ਸਾਡੇ ਵੀਰ ਸਮਝਦੇ ਆ ਤੇ ਇਹ ਪਾਪ ਨੂੰ ਦੂਰ ਕਰਨਾ ਚਾਹੀਦਾ। ਇੰਨਾ ਅਨਿਆਂ ਕਿ ਬੰਦੇ ਨੂੰ ਪੰਜਾਬ 'ਚ ਰਹਿੰਦਿਆਂ ਹੋਇਆਂ ਵੀ ਦੋ ਡੰਗ ਰੋਟੀ ਦਾ ਸੋਚਣਾ ਪਵੇ ਤੇ ਆਤਮ ਹੱਤਿਆ ਕਰਦੇ ਫਿਰਦੇ ਹੋਣ ਬੰਦੇ, ਤੰਗੀਆਂ ਤੋਂ ਆ ਕੇ, ਤੰਗੀਆਂ ਚੋਂ। ਉਹ ਜਿਹੜਾ ਇੱਕ ਕਿਸਮ ਦੀ ਚੁਣੌਤੀ ਜ਼ਰੂਰ ਹੋਣ ਵਾਲੀਆਂ ਸਰਕਾਰਾਂ ਲਈ, ਪਤਾ ਨਹੀਂ ਕਿਵੇਂ ਲੈਂਦੇ ਆ ਕਿਵੇਂ ਨਹੀਂ, ਪਰ ਉਹਨਾਂ ਨੂੰ ਇਸ ਪਾਸੇ ਸਾਰੇ ਨੂੰ ਓਵਰਆਲ ਵਿਕਾਸ ਬਾਰੇ ਜ਼ਰੂਰ ਸੋਚਣਾ ਚਾਹੀਦਾ। ਜੀ ਪ੍ਰੋਫੈਸਰ ਸਾਹਿਬ, ਅਗਲੀ ਗੱਲ ਜਿਹੜੀ ਹੈ ਉਹ ਅਕਾਲੀ ਦਲ ਨਾਲ ਜੁੜੀ ਆ। ਕੱਲ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਸੀਗੀ, ਉਹਦੇ ਵਿੱਚ ਜੋ ਕੁਝ ਫੈਸਲਾ ਆਇਆ ਕਿ ਸੁਖਬੀਰ ਬਾਦਲ ਨੂੰ ਸਾਰੇ ਅਧਿਕਾਰ ਦੇ ਦਿਓ। ਝੁੰਦਾ ਸਾਹਿਬ ਵੀ ਬੈਠੇ ਸੀ, ਜਿਨ੍ਹਾਂ ਦੀ ਕਮੇਟੀ ਬਣਾਈ ਗਈ ਸੀ, ਜਿਨ੍ਹਾਂ ਨੇ ਉੱਥੇ ਸਮੀਖਿਆ ਕਮੇਟੀ ਨੂੰ ਤੋਂ ਬਾਅਦ ਜਿਹੜਾ ਕੋਰ ਕਮੇਟੀ ਨੂੰ ਇਹ ਸਾਰਾ ਕੁਝ ਰਿਪੋਰਟ ਸੌਂਪੀ। ਪਰ ਚੰਦੂਮਾਜਰਾ ਸਾਹਿਬ ਜਿਹੜੇ ਨੇ ਉਹ ਪਾਰਟੀ ਤੋਂ ਨਾਰਾਜ਼ ਨਜ਼ਰ ਆਏ। ਏਦਾਂ ਲੱਗਦਾ ਹੈ ਕਿ ਅਕਾਲੀ ਦਲ ਦੇ ਵਿੱਚ ਨਵੇਂ ਤਰੀਕੇ ਦੀ ਹੁਣ ਜਿਹੜੀ ਆ ਬਗਾਵਤ ਨਵੇਂ ਸਿਰੇ ਤੋਂ ਫਿਰ ਸ਼ੁਰੂ ਹੋਣ ਜਾ ਰਹੀ ਹੈ। ਜਿਵੇਂ ਐਲੀ ਸਾਹਿਬ ਨੇ ਕਿਹਾ, ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ, ਮਤਲਬ ਕਿ ਆਪਣੇ ਮਨੋਂ ਤਾਂ ਉਹ ਚਾਹੁੰਦੇ ਨੇ ਕਿ ਅਕਾਲੀ ਦਲ ਜਿਹੜਾ ਉਹ ਅੱਗੇ ਵਧੇ, ਨਾਲੋਂ ਨਾਲ ਉਹਨਾਂ ਦੀ ਸਿਆਸਤ ਵੀ ਵਧੇਗੀ। ਪਰ ਚੰਦੂਮਾਜਰਾ ਸਾਹਿਬ ਜਦੋਂ ਇਹ ਸਵਾਲ ਚੁੱਕਦੇ ਨੇ ਤਾਂ ਸਵਾਲ ਉਹਨਾਂ ਨੂੰ ਵੀ ਹੋ ਜਾਂਦਾ ਹੈ ਕਿ ਤੁਸੀਂ ਖੁੱਲੇ ਤਰੀਕੇ ਨਾਲ ਆ ਕੇ ਕਿਉਂ ਨਹੀਂ ਕਹਿੰਦੇ? ਪਾਰਟੀ ਨੂੰ ਅੱਖਾਂ ਕੱਢਣ ਦਾ ਮਤਲਬ ਕੀ ਸਮਝਿਆ ਜਾਵੇ? ਬੜੀ ਅਜੀਬ ਜੀ ਗੱਲ ਹੈਗੀ ਆ ਇਹ ਤੇ। ਹੁਣ ਅਕਾਲੀ ਦਲ ਜਾਣੇ, ਸੁਖਬੀਰ ਬਾਦਲ ਜਾਣੇ, ਉਹਨਾਂ ਦੀ ਕੋਰ ਕਮੇਟੀ ਜਾਣੇ, ਪਰ ਸਾਨੂੰ ਜਿਹੜੇ ਬਾਹਰ ਹਾਮਾਂ ਤੁਮਾਂ ਬੈਠੇ ਆ, ਸਾਨੂੰ ਇਸ ਗੱਲ ਦਾ ਬੜਾ ਅਫਸੋਸ ਆ ਵੀ ਇੱਕੋ ਹੀ ਪੰਥਕ ਪਾਰਟੀ ਸੀਗੀ ਜਿਹੜੀ ਕਾਫੀ ਚੰਗਾ ਵੀ ਉਹਨਾਂ ਦਾ ਇਤਿਹਾਸ ਸੀਗਾ, ਇਹੋ ਜਿਹੀ ਕੋਈ ਗੱਲ ਨਹੀਂ ਹੈ, ਇਹੋ ਜਿਹੀ ਢਹਿੰਦੀਆਂ ਕਲਾਂ ਵੱਲ ਗਈ, ਇਹੋ ਜਿਹੀਆਂ ਵੱਡੀਆਂ ਬੱਜਰ ਗਲਤੀਆਂ ਕੀਤੀਆਂ ਜਿਹਦੇ ਪ੍ਰਤੀ ਲੋਕਾਂ ਦਾ ਗੁੱਸਾ ਠੰਡਾ ਹੋਣ 'ਚ ਨਹੀਂ ਆਉਂਦਾ। ਲੋਕੀ ਉਹਨਾਂ ਨੂੰ ਮਾਫ ਨਹੀਂ ਕਰਨਾ ਚਾਹੁੰਦੇ। ਇਹ ਤੇ ਹੁਣ ਇਹ ਸੋਚਣ, ਇਹ ਇੱਕ ਤਰੀਕਾ ਆ। ਉਹਨਾਂ ਨੇ 100 ਕਾਂਸਟੀਚੁਐਂਸੀ ਝੁੰਡਾ ਸਾਹਿਬ ਨੇ ਜਾ ਕੇ ਇਹ ਰਿਪੋਰਟ ਤਿਆਰ ਕੀਤੀ, ਬੜੀ ਡਿਟੇਲ ਆ। 42 ਦੇ ਕਰੀਬ ਉਹਨਾਂ ਨੇ ਰეკਮੈਂਡੇਸ਼ਨਾਂ ਵੀ ਦਿੱਤੀਆਂ ਵੀ ਆਹ ਚੀਜ਼ਾਂ ਲਾਗੂ ਕਰੋ। ਹੁਣ ਬੜਾ ਟੈਕਨੀਕਲ ਜਿਹਾ ਪੁਆਇੰਟ ਚੰਦੂਮਾਜਰਾ ਸਾਹਿਬ ਦਾ ਹੈਗਾ, ਵੱਡੇ ਚੰਦੂਮਾਜਰਾ ਸਾਹਿਬ ਦਾ, ਕਿ ਤੁਸੀਂ ਜੀ ਇਹ ਪਹਿਲਾਂ ਕਿਸੇ ਕਮੇਟੀ 'ਚ ਲੈ ਕੇ ਜਾਣੀ ਸੀ, ਜਿੱਥੇ ਉਹਨੇ ਸਾਰੀ ਇਸ ਦੀ ਆਪਾ ਪੜਚੋਲ ਜਿਹੜੀ ਕਰਨੀ ਸੀ। ਤੁਸੀਂ ਸਿੱਧਾ ਹੀ ਕੋਰ ਕਮੇਟੀ 'ਚ ਕਿਉਂ ਲਿਆਏ? ਇਹ ਕੋਈ ਏਡੀ ਵੱਡੀ ਗੱਲ ਨਹੀਂ ਹੈ। ਲੋਕਾਂ ਨੇ ਕਿਹਾ ਰਿਪੋਰਟ ਲਿਆਉਣੀ ਚਾਹੀਦੀ, ਪਿਛਲੀ ਵਾਰੀ ਐਤਕੀ ਰਿਪੋਰਟ ਆ ਗਈ, ਡਿਸਕਸ ਕਰ ਲਓ। ਉੱਥੇ ਅਲੱਗ ਕਮੇਟੀ ਨੇ ਕਰਕੇ, ਕੋਈ ਸਰਕਾਰੀ ਗੱਲ ਤੇ ਹੈ ਨਹੀਂ ਵੀ ਉੱਥੇ ਕਾਨੂੰਨ ਦੀ ਵਾਇਲੇਸ਼ਨ ਹੋ ਗਈ ਹੈ। ਤੇ ਪਾਰਟੀ ਦਾ ਕੰਮ ਆ, ਤੁਹਾਡਾ ਆਪਣਾ ਕੰਮ ਆ, ਆਪ ਹੀ ਤੁਸੀਂ ਆਪਣੇ ਆਪ ਨੂੰ ਸੁਧਾਰਨਾ। ਹੁਣ ਜਿਹੜੀ ਗੱਲ ਜਗਮੀਤ ਬਰਾੜ ਦੀ ਵੀ ਮੈਂ ਹੁਣੇ ਇੱਕ ਇੰਟਰਵਿਊ ਸੁਣ ਰਿਹਾ ਸੀ ਕਿਸੇ ਚੈਨਲ ਦੇ ਉੱਤੇ, ਉਹ ਇਸ ਗੱਲ ਤੇ ਬਹੁਤੇ ਖੁਸ਼ ਨਹੀਂ ਹੈ ਕਿ ਸਾਰੀਆਂ ਪਾਵਰਾਂ ਸੁਖਬੀਰ ਸਿੰਘ ਬਾਦਲ ਨੂੰ ਦੇ ਦਿਓ। ਉਹਦੀ ਪ੍ਰਧਾਨਗੀ ਤੇ ਕੋਰ ਕਮੇਟੀ ਦੇ ਵਿੱਚ ਸਰਬਸੰਮਤੀ ਨਾਲ ਸਹਿਮਤੀ ਹੋ ਗਈ ਵੀ ਤੁਸੀਂ ਪ੍ਰਧਾਨ ਰਹੋ। ਹੁਣ ਉਹਨਾਂ ਨੇ ਕੀ ਕਿਹਾ, ਨਾਲੇ ਇਸ ਰਿਪੋਰਟ ਨੂੰ ਲਾਗੂ ਕਰੋ। ਉਹਨਾਂ ਰਿਪੋਰਟ ਨੂੰ ਲਾਗੂ ਕਰਨ ਦੇ ਕਹਿ ਲਓ ਮਤਲਬ ਤੇ ਉਸ ਨੂੰ ਲਾਗੂ ਕਰਨ ਲਈ ਚੱਕ ਕੇ ਸਾਰੀ ਪਾਰਟੀ ਭੰਗ ਕਰਤੀ ਹੈ। ਸਾਰੇ ਯੂਨਿਟ ਉੱਪਰੋਂ ਲੈ ਕੇ ਥੱਲੇ ਤੱਕ ਹੁਣ ਅੱਡੀਆਂ ਰਗੜਦੇ ਰਹੋ, ਹੁਣ ਜਾਓ ਜੁੱਤੀਆਂ ਘਸਾਓ, ਮੈਨੂੰ ਕੀ ਬਣਾਓਗੇ, ਮੈਨੂੰ ਕੀ ਬਣਾਓਗੇ। ਇਹ ਗੱਲ ਜਗਮੀਤ ਬਰਾੜ ਨੂੰ ਵੀ ਬਹੁਤੀ ਚੰਗੀ ਨਹੀਂ ਲੱਗੀ ਤੇ ਮੈਂ ਵੀ ਥੋੜਾ ਜਿਹਾ ਇਸ ਗੱਲ ਤੋਂ ਖੁਸ਼ ਨਹੀਂ ਆ। ਕਾਰਨ ਉਹਦਾ ਮੇਰਾ ਸੁਣੋ, ਅਸਲ 'ਚ ਕੋਈ ਵੀ ਪਾਰਟੀ ਥੱਲਿਓਂ ਉੱਪਰ ਨੂੰ ਆਉਣੀ ਚਾਹੀਦੀ ਹੈ। ਤੁਸੀਂ ਟਾਈਮ ਲਾ ਲਓ 6 ਮਹੀਨੇ, ਕਿਹੜੀ ਕਾਹਲੀ ਹੈ ਤੁਹਾਨੂੰ?
ਤੁਸੀਂ ਥੱਲਿਓਂ ਜਥੇਦਾਰਾਂ ਦੀਆਂ ਮੀਟਿੰਗਾਂ ਕਰੋ, ਜਥੇਦਾਰ ਥੱਲੇ ਆਪਣੇ ਲੋਕਲ ਜਥੇਦਾਰ ਕਰਨ, ਲੋਕਲ ਜਥੇਦਾਰ ਇਕੱਠੇ ਹੋ ਕੇ ਬਲਾਕ ਦੇ ਬਣਾਉਣ, ਜੋ ਵੀ ਤੁਹਾਡਾ ਸਿਸਟਮ ਹੈ ਪਾਰਟੀ ਦਾ ਢਾਂਚਾ। ਮੈਂ ਇੱਕ ਵਾਰੀ ਪੜ੍ਹ ਰਿਹਾ ਸੀ ਸੰਵਿਧਾਨ, ਠੀਕ ਠਾਕ ਹੈਗਾ, ਸਰਕਲ ਜਥੇਦਾਰ ਤਾਂ ਤੋਂ ਤਾਂ ਜਥੇਦਾਰ, ਉਹ ਥੱਲਿਓਂ ਉੱਪਰ ਨੂੰ ਪ੍ਰਧਾਨ ਨੂੰ ਚੁਣਨ। ਮੇਰਾ ਖਿਆਲ ਹੈ ਕਿ ਸ਼ਾਇਦ ਇਹੀ ਪ੍ਰੋਸੈਸ ਨੂੰ ਫਾਲੋ ਕੀਤਾ ਜਾਊਗਾ, ਨਾ ਕਿ ਰਿਓੜੀਆਂ ਵੰਡਣ ਵਾਲੀ ਗੱਲ, ਜਾਂ ਕਿਸੇ ਨੂੰ ਆਪਣੀਆਂ ਵੀ ਤੂੰ ਕਿਉਂਕਿ ਮੈਂ ਤੈਨੂੰ ਬਣਾਇਆ, ਕਿਉਂਕਿ ਮੈਂ ਹੀ ਬਣਾ ਸਕਦਾ ਆ, ਇਸ ਕਰਕੇ ਹੁਣ ਤੂੰ ਮੇਰਾ ਝਾੜੂ ਬਰਦਾਰ ਰਹਿ ਜਾਂ ਝੰਡਾ ਬਰਦਾਰ ਰਹਿ, ਦੋਵਾਂ ਚੋਂ ਕੁਝ ਵੀ ਹੋਵੇ। ਜਾਂ ਤੇ ਮੇਰੇ ਬੱਲੇ ਬੱਲੇ ਨਾਰੇ ਲਾ, ਜਾਂ ਫਿਰ ਮੇਰੀ ਰੋਜ਼ ਖੁਸ਼ਾਮਦ ਕਰ। ਇਸ ਕਿਸਮ ਦਾ ਜਿਹੜਾ ਇੱਕ ਪਨਪ ਜਾਂਦਾ ਹੈ, ਜੇ ਤੁਸੀਂ ਇੱਕ ਬੰਦੇ ਦੇ ਹੱਥ ਸਾਰੀ ਸ਼ਕਤੀ ਦੇ ਦਿੰਦੇ ਆ। ਹੱਥ ਜਿਹੜੇ ਕੋਈ ਵੀ ਜਿਹੜੀ ਚੰਗੀ ਪਾਰਟੀ ਆ, ਜਿਹੜੀ ਮਜ਼ਬੂਤ ਪਾਰਟੀ ਆ, ਖਾਸ ਕਰਕੇ ਅਕਾਲੀ ਦਲ ਵਰਗੀ ਜਿਹੜੀ ਪਾਰਟੀ ਪੁਰਾਣੀ ਪਾਰਟੀ ਆ, ਉਹਨਾਂ ਨੂੰ ਰਦਾ ਦਰ ਰਦਾ ਥੱਲਿਓਂ ਉੱਪਰ ਨੂੰ ਆਉਣਾ ਚਾਹੀਦਾ, ਤਾਂ ਕਿ ਫਿਰ ਫਾਈਨਲੀ ਵੱਡਾ ਸੈਸ਼ਨ ਹੋ ਕੇ ਪ੍ਰਧਾਨ ਸਾਰੇ ਚੋਣ ਨਿਚੋੜ ਨਿਕਲ ਕੇ ਉੱਪਰ ਪ੍ਰਧਾਨ ਆਵੇ। ਹੁਣ ਕਿੱਦਾਂ ਕਰਦੇ ਆ, ਕਿੱਦਾਂ ਨਹੀਂ ਕਰਦੇ, ਦੇਖਦੇ ਆ। ਅਜੇ ਤੇ ਸ਼ੁਰੂਆਤ ਹੋਈ ਆ, ਪਰ ਸਭ ਕੁਝ ਅੱਛਾ ਨਹੀਂ ਹੈ। ਉਹ ਤੇ ਬਾਰ-ਬਾਰ ਸਾਨੂੰ ਨਜ਼ਰ ਆਉਂਦਾ। ਤੁਸੀਂ ਯਾਲੀ ਦਾ ਨਾਂ ਲਿਆ, ਹੁਣ ਇਹਨਾਂ ਨੇ ਵੀ ਕਹਿਤਾ ਕੱਲ ਨੂੰ ਕੋਈ ਹੋਰ ਵੀ ਨਿਕਲ ਸਕਦਾ। 3 ਬੰਦੇ ਬਾਹਰ ਗਏ ਆ, ਉਹਨਾਂ ਨੇ ਮੀਟਿੰਗ ਨਹੀਂ ਅਟੈਂਡ ਕੀਤੀ, ਉਹ ਵਿਦੇਸ਼ਾਂ 'ਚ ਥੋੜਾ ਆਰਾਮ ਕਰ ਰਹੇ। ਬੜਾ ਜ਼ੋਰ ਲੱਗਾ ਸੀ ਪਿਛਲੀਆਂ ਚੋਣਾਂ 'ਚ, ਫਿਰ ਹੋਰ ਵੀ ਕਈ ਗੱਲ, ਨਾਲੇ ਵੈਸੇ ਵੀ ਗਰਮੀ, ਉੱਥੇ ਠੰਡ ਆ, ਕੱਟ ਕੇ ਆ ਜਾਣਗੇ। ਉਹਨਾਂ ਦੇ ਤੇਵਰ ਕਿਹੋ ਜਿਹੇ ਆ ਉਹ ਵੀ ਪਤਾ ਲੱਗ ਜੂ। ਅਜੇ ਕੋਰ ਕਮੇਟੀ 'ਚ 3 ਬੰਦੇ ਜਿਹੜੇ ਵੱਡੇ ਨਹੀਂ ਸੀਗੇ। ਇਹ ਗੱਲ ਜ਼ਰੂਰ ਹੈਗੀ ਆ, ਮੈਂ ਲਾਸਟ ਗੱਲ ਕਹਿ ਦਿਆਂ, ਕੋਈ ਵੀ ਪਾਰਟੀ, ਭਾਵੇਂ ਉਹ ਛੋਟੀ ਪਾਰਟੀ, ਇਵਨ ਕਾਂਗਰਸ ਦਾ ਵੀ, ਉੱਥੋਂ ਲੈ ਕੇ ਥੱਲੇ ਤੱਕ ਆ ਜਾਓ, ਉਹ 24 ਘੰਟੇ ਜਿਵੇਂ ਮੁਰਗੀ ਨਾ ਇੱਲ ਤੋਂ ਆਪਣੇ ਚੂਜਿਆਂ ਨੂੰ ਸਾਂਭਣ ਤੇ ਲੱਗੀ ਰਹਿੰਦੀ ਆ। ਕਦੀ ਉਧਰੋਂ ਫੜ ਕੇ ਲੈ ਗਈ ਇੱਲ, ਕਦੀ ਕਾਂ ਲੈ ਗਿਆ, ਛੋਟੇ ਛੋਟੇ ਚੂਜੇ ਖੰਭਾਂ ਥੱਲੇ ਉਹ ਕੁੜ-ਕੁੜ ਕਰਦੀ ਬਥੇਰੀ। ਇਹ ਹਾਲ ਤਾਂ ਪਾਰਟੀਆਂ ਦੇ ਲੀਡਰਾਂ ਦਾ ਤੇ ਪ੍ਰਧਾਨਾਂ ਦਾ ਹੋ ਗਿਆ ਕਿ ਮੇਰਾ ਕੋਈ ਉਹ ਵੀ ਨਾ ਨਿਕਲ ਕੇ ਲੈ ਜੇ, ਕੋਈ ਉਹ ਨਾ। ਤੇ ਗਿਲਜਾਂ ਤੇ ਇੱਲਾਂ ਤੇ ਕਾਂ ਤੇ ਬਾਜ ਚਾਰੇ ਪਾਸੇ ਘੁੰਮਦੇ ਹੀ ਰਹਿੰਦੇ ਆ ਉਹਨਾਂ ਦੇ ਸਿਰ ਤੇ, ਚਾਰੇ ਪਾਸੇ। ਆ 5 ਚੱਲੇ ਕੇ ਕਦੀ ਇਹ ਸੁਣਿਆ ਕਿ ਸੂਬੇ ਦਾ ਪ੍ਰਧਾਨ ਬੰਦਾ ਰਿਹਾ ਹੋਵੇ ਤੇ ਜਾ ਕੇ ਦੂਜੀ ਪਾਰਟੀ 'ਚ ਜਾ ਵੜੇ? ਠੀਕ ਹੈ। ਕਾਂਗਰਸ ਦਾ ਵਿੱਚ ਮਿਨਿਸਟਰ ਵੀ ਚਲੇ ਗਏ, ਜਿਹੜੇ ਮਿਨਿਸਟਰ ਚਲੇ ਗਏ, ਫਿਰ ਕਿਹਦੇ ਤੇ ਬੰਦਾ ਭਰੋਸਾ ਕਰੂਗਾ? ਏਡੀ ਕਿਤੇ ਦੁਰਗਤ ਤੁਸੀਂ ਰਾਜਨੀਤੀ ਦਾ ਜਲੂਸ ਨਿਕਲਦਾ ਦੇਖਿਆ ਤੁਸੀਂ? ਜਿਨ੍ਹਾਂ ਨੇ ਮੋਟਾ ਕੰਮ ਛਕ ਲਿਆ, ਉਹ ਉੱਥੇ ਜਾ ਕੇ ਗੰਗਾ ਜਲ ਦਾ ਛਿੱਟਾ ਪਵਾ ਕੇ ਸਾਫ਼ ਸੁਥਰੇ ਹੋ ਗਏ। ਆ ਬਾਕੀ ਦੇ ਪਿੱਛੇ ਇਨਕੁਆਇਰੀਆਂ ਕਰਵਾਈ ਜਾਂਦੇ ਆ। ਕੋਈ ਬਾਲਾ ਸੁਬਰਾਮਨੀਅਮ ਦੀ ਤੁਸੀਂ ਗੱਲ ਦੱਸਤੀ ਆ, ਹੋਰ ਇਹਨਾਂ ਦੀ ਹੋ ਗਈ, ਪੁਰਾਣੇ ਪਿੰਡੂ ਮਿਨਿਸਟਰੀ ਦੀ ਹੋ ਗਈ ਹੈ ਨਾ, ਪੰਚਾਇਤ ਮਿਨਿਸਟਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ। ਇਹ ਹੁਣ ਇੱਥੇ ਜੇ ਇਹਨਾਂ ਤੋਂ ਬਚ ਗਏ, ਕੇਜਰੀਵਾਲ ਤੋਂ ਬਚ ਗਏ, ਤੇ ਫਿਰ ਉੱਥੇ ਅਮਿਤ ਸ਼ਾਹ ਬੈਠਾ, ਦੋਹਰਾ ਟੈਸਟ ਹੈਗਾ। ਇਹਨਾਂ ਨੂੰ ਉਂਝ ਖਦੇੜਨਗੇ, ਕਈ ਡਰਦੇ ਇੰਜ ਕਹਿ ਕੂ ਕੇ ਉਹ ਵੀ ਉਧਰ ਨੂੰ ਛਾਲ ਮਾਰ ਲੈਣਗੇ। ਇਹ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ, ਇਹ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਨਾ ਸੱਜਿਓਂ ਖੱਬਿਓਂ, ਇਹਦੀ ਤਾਰ ਕਿੱਥੋਂ ਹਿਲਦੀ ਹੈ ਰੱਬ ਜਾਣੇ। ਪਤਾ ਨਹੀਂ ਵਿਦੇਸ਼ ਚੋਂ ਹਿਲਦੀ ਹੈ ਕਿ ਦਿੱਲੀ ਚੋਂ ਹਿਲਦੀ ਹੈ ਕਿ ਕਿੱਥੇ ਹੋਰ ਕਿਤੋਂ ਹਿਲਦੀ ਹੈ, ਜਾਂ ਕੋਈ ਈਡੀ ਹਿਲਾ ਰਿਹਾ ਤਾਰ ਇਹਨਾਂ ਦੀ, ਜਾਂ ਸੀਬੀਆਈ ਹਿਲਾ ਰਿਹਾ, ਰੱਬ ਜਾਣੇ। ਐ ਨਾ ਸਮਝਿਓ ਵੀ ਇਹ ਬਹੁਤ ਹੀ ਸਾਰੀਆਂ ਜਿਹੜੀਆਂ ਆਵਾਜ਼ਾਂ ਨਿਕਲ ਰਹੀਆਂ, ਭਾਵੇਂ ਜਿਹੜੇ ਅੰਦਰ ਆ ਤੇ ਭਾਵੇਂ ਬਾਹਰ ਆ ਤੇ ਭਾਵੇਂ ਕਿਤੇ ਵੀ ਹੈ, ਕਿ ਉਹ ਤੇ ਲੋਕ ਹਿੱਤ ਦੇ ਵਿੱਚ, ਪੰਜਾਬ ਦੇ ਹਿੱਤ ਦੇ ਵਿੱਚ, ਖਾਸ ਕਰਕੇ ਸਿੱਖ ਸਮੁਦਾਇ ਦੇ ਹਿੱਤ ਵਿੱਚ, ਪੰਥ ਦੇ ਹਿੱਤ ਵਿੱਚ, ਉਹਨਾਂ ਦਾ ਦਿਲ ਦੇ ਵਿੱਚ ਇੰਨਾ ਦਰਦ ਸੀ। ਉਹਨਾਂ ਨੇ ਕਿਹਾ ਸੁਖਬੀਰ ਬਾਦਲ ਨੂੰ ਪਰਾਂ ਕਰੋ ਓਏ, ਇਹੋ ਜਿਹੀਆਂ ਗੱਲਾਂ ਕੁਝ ਨਹੀਂ ਹੈ। ਹਰ ਕੋਈ ਆਪਣੇ ਆਪਣੇ ਹਿੱਤ ਦੇ ਵਿੱਚ ਸੁਰਾਂ ਕੱਢ ਰਿਹਾ ਤੇ ਆਪਣਾ ਆਪਣਾ ਤਾਲ ਵਜਾ ਰਿਹਾ। ਕੰਮ ਬਹੁਤ ਗੰਦਲਿਆ ਹੋਇਆ, ਇਹ ਤੇ ਰੱਬ ਹੀ ਬਚਾਵੇ। ਆਪਾਂ ਆਪਣੀ ਜਿੰਨੀ ਵੀ ਕੋਸ਼ਿਸ਼ ਹੈ, ਸਾਨੂੰ ਸੁਖਵਿੰਦਰ ਇਮਾਨਦਾਰੀ ਨਾਲ ਕਰਦੇ ਰਹਿਣਾ ਚਾਹੀਦਾ, ਕਿ ਜਿਹੜਾ ਗੰਦਲਾਪਣ, ਕਿੰਨੀ ਕੁ ਫਟਕੜੀ ਪਾ ਕੇ ਜਿਹੜਾ ਇਹ ਸਾਫ਼ ਹੋ ਸਕਦਾ, ਇਹੋ ਜਿਹਾ ਗੰਦਲਾ ਪਾਣੀ ਬਾਕੀ ਤੇ ਸੀਚੇਵਾਲ ਨੂੰ ਛੱਡ ਦਿੰਦੇ। ਹਾਂਜੀ ਜੀ ਪ੍ਰੋਫੈਸਰ ਸਾਹਿਬ, ਆਖਰੀ ਖਬਰ ਤੇ ਛੋਟੀ ਜਿਹੀ ਟਿੱਪਣੀ ਇਹਦੇ ਉੱਤੇ ਕਿ ਦਿੱਲੀ ਮਾਡਲ ਦੀ ਗੱਲ ਹੋ ਗਈ, ਗੁਜਰਾਤ ਮਾਡਲ ਬੀਜੇਪੀ ਨੇ ਬੜਾ ਪ੍ਰਚਾਰ ਹੈ, ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ ਹੋਏ ਨੇ, ਕਹਿੰਦੇ ਸ਼ਾਇਦ ਗੁਜਰਾਤ ਦੇ ਵਿੱਚ ਸ਼ਰਾਬਬੰਦੀ ਆ ਤੇ 40 ਤੋਂ ਵੱਧ ਲੋਕਾਂ ਦੀ ਮੌਤ ਹੋ ਜਾਂਦੀ ਹੈ। ਉਧਰੋਂ ਇਲੈਕਸ਼ਨ ਦਾ ਦੌਰ ਚੱਲ ਰਿਹਾ ਕਿ ਉੱਥੇ ਇਲੈਕਸ਼ਨ ਹੋਣੀ ਹੈ, ਕੇਜਰੀਵਾਲ ਸਾਹਿਬ ਵੀ ਗੇੜੇ ਲਾ ਰਹੇ ਨੇ, ਬੀਜੇਪੀ ਵੀ ਜ਼ੋਰ ਲਾ ਰਹੀ ਹੈ ਕਿ ਸਾਡੀ ਵਾਪਸੀ ਹੋਵੇ। ਬਹੁਤ ਮਤਲਬ ਕਿ ਜਦੋਂ ਨਕਲੀ ਸ਼ਰਾਬ ਦੀ ਗੱਲ ਆਉਂਦੀ ਹੈ ਨਾ, ਤਾਂ ਸਵਾਲ ਫਿਰ ਪੰਜਾਬ ਵਾਲੇ ਪਾਸੇ ਨੂੰ ਵੀ ਤੁਰ ਪੈਂਦਾ ਕਿ ਇੱਥੇ ਕੀ ਹਾਲ ਹੋਇਆ ਸੀ। ਅੱਗੋਂ ਇਹ ਨਾ ਹੋਵੇ ਪੰਜਾਬ 'ਚ ਵੀ ਕੋਈ ਇਹੋ ਜਿਹੀ ਖਬਰ ਸਾਹਮਣੇ ਆ ਜੇ ਹੁਣ ਤਾਂ ਗੁਜਰਾਤ ਵਾਲਾ ਮਾਡਲ ਫੇਲ ਹੋਇਆ।
ਦੇਖੋ ਇੱਕ ਗੱਲ ਮਾਡਲ ਨੂੰ ਛੱਡੋ ਤੁਸੀਂ, ਉਹ ਤੇ ਮਾਡਲ ਅਸੀਂ ਸਾਰੇ ਉਹਦਾ ਆਨੰਦ ਮਾਣ ਹੀ ਰਹੇ ਆ ਜਿਹੜਾ ਗੁਜਰਾਤ ਦਾ ਦਿੱਲੀ ਚ ਆ ਗਿਆ, ਮੋਦੀ ਅਮਿਤ ਸ਼ਾਹ ਲੈ ਆਏ, ਉਹਦੀ ਤੇ ਤੁਹਾਨੂੰ ਨਿੱਘ ਮਿਲ ਹੀ ਰਿਹਾ, ਗਰਮੀਆਂ ਚ ਵੀ ਨਿੱਘ ਮਿਲ ਰਿਹਾ, ਤਾਂ ਹੀ ਔਖੇ ਬੜੇ ਆ ਅਸੀਂ। ਪਰ ਇਹ ਗੱਲ ਕਿ ਜਿਹੜੇ ਜਿੱਥੇ ਵੀ ਡਰਾਈ ਸਟੇਟ ਡਿਕਲੇਅਰ ਕਰਦੇ ਆ ਤੁਸੀਂ, ਉਹਦੇ ਚ ਇਹ ਕੰਮ ਹੋਣਾ ਹੀ ਹੋਣਾ, ਮਾਫੀਆ ਪੈਦਾ ਹੋ ਜਾਂਦਾ, ਬੂਟ ਲੈਗਰਸ ਪੈਦਾ ਹੋ ਜਾਂਦੇ ਆ। ਉਹ ਗੁਜਰਾਤ ਚ ਜਿਹੜੀ ਮਰਜ਼ੀ ਬ੍ਰਾਂਡ ਲੈ ਲਓ ਮਹਿੰਗੀ ਮਿਲੂਗੀ, ਕਦੀ ਵੀ ਬੰਦ ਨਹੀਂ ਸੀ ਹੋਈ। ਉਂਝ ਡਰਾਈ ਸਟੇਟ ਹੈ ਕਿਉਂਕਿ ਗਾਂਧੀ ਜੀ ਦਾ ਦੇਸ਼ ਹੈ, ਗਾਂਧੀ ਜੀ ਦਾ ਸੂਬਾ ਹੈਗਾ, ਠੀਕ। ਬਿਹਾਰ ਚ ਬੰਦ ਕੀਤਾ, ਪਹਿਲਾ ਕੰਮ ਐ ਕਰਨਾ, ਇਹਨੂੰ ਮੂੰਹ ਚ ਪਾਨ ਪਾ ਕੇ ਲੱਗ ਪੈਂਦੇ ਆ ਲੀਡਰ ਉੱਥੇ ਤੇ ਗੱਲਾਂ ਕਰਨ, ਇੰਜ ਕਰਨਾ, ਨਹੀਂ 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 ਜੀ ਇਹ ਤੇ ਮੈਂ ਵਾਅਦਾ ਕਰਨਾ, ਆਪਣੀਆਂ ਔਰਤਾਂ ਬਹੁਤ ਪਰੇਸ਼ਾਨ ਆ। ਹੁਣ ਉੱਥੇ ਕਿਹੜੇ ਰੰਗ ਲਾਤੇ, ਉੱਥੇ ਵੀ ਇੰਜ ਮੌਤਾਂ ਨਹੀਂ ਹੋਈਆਂ, ਉੱਥੇ ਵੀ ਇਲੀਸਿਟ ਲੀਕਰ ਨਾਲ, ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋਈਆਂ, ਹੁਣ 42 43 ਗੁਜਰਾਤ ਚ ਹੋਈਆਂ। ਇਹ ਕੋਈ ਨਸ਼ਾਬੰਦੀ ਜਾਂ ਸ਼ਰਾਬਬੰਦੀ ਕਰਨ ਦਾ ਤਰੀਕਾ ਨਹੀਂ, ਇਹ ਤੇ ਲੋਕਾਂ ਨੂੰ ਮਾਰਨ ਦਾ ਤੇ ਲੋਕਾਂ ਤੋਂ ਪੈਸਾ ਲੁੱਟ ਕੇ ਸਰਕਾਰੀ ਖਜ਼ਾਨੇ ਨੂੰ ਖਾਲੀ ਰੱਖਣਾ ਤੇ ਮਾਫੀਆ ਰਾਹੀਂ ਪੈਸਾ ਪੈਦਾ ਕਰਕੇ ਤੇ ਪੋਲੀਟੀਕਲ ਪਾਰਟੀਆਂ ਤੋਂ ਪਹੁੰਚਾਉਣਾ, ਆਹ ਕੰਮ ਹੈ। ਇਹ ਤੇ ਨਿੱਜੀਕਰਨ ਹੋਇਆ ਹੋਇਆ, ਪੋਲੀਟੀਕਲ ਪਾਰਟੀਆਂ ਦੀ ਲੁੱਟ ਆ। ਉਹ ਜਿਹੜੇ ਬੂਟ ਲੈਗਰ ਕਰਦੇ ਆ, ਉਹ ਹਫਤਾ ਮਹੀਨਾ ਜੋ ਵੀ ਹੈ ਉਹ ਪੁਲਿਸ ਨੂੰ ਵੀ ਦਿੰਦੇ ਹੋਣਗੇ, ਫਿਰ ਉੱਥੋਂ ਗਾਂ ਤਾਂ ਮਿਨਿਸਟਰਾਂ ਦਾ ਇਹ ਸਾਰਾ ਪੈਸਾ ਲੁੱਟਿਆ। ਇਹ ਸਰਕਾਰੀ ਖਜ਼ਾਨੇ 'ਚ ਪੈਸਾ ਹੋਣਾ ਚਾਹੀਦਾ। ਜਿਹੜਾ ਵੀ ਪੀਂਦਾ ਉਹਨੂੰ ਸਮਝਾਓ, ਆਪ ਛੱਡ ਦੇਵੇ, ਗੱਲ ਲੱਗ ਗਿਆ। ਜੇ ਕੋਈ ਤੁਹਾਡੀ ਡਾਕਟਰੀ ਮਦਦ ਮੰਗਦਾ, ਕੋਈ ਬਹੁਤਾ ਐਡਿਕਟ ਹੋ ਗਿਆ, ਉਹਦੀ ਵੀ ਮਦਦ ਕਰੋ, ਭਾਵੇਂ ਕੋਈ ਚੀਫ ਮਿਨਿਸਟਰ ਹੋਵੇ, ਭਾਵੇਂ ਮਿਨਿਸਟਰ ਹੋਵੇ, ਤੇ ਭਾਵੇਂ ਕੋਈ ਜਨ ਸਧਾਰਨ ਹੋਵੇ, ਹਰ ਇੱਕ ਦੀ ਮਦਦ ਕਰਨੀ ਚਾਹੀਦੀ ਹੈ ਕਿ ਇਹ ਨਸ਼ੇ ਘਟਣ। ਪਰ ਜੇ ਤੁਸੀਂ ਚਾਂਬੜਾ ਇਸ ਕਰਕੇ ਪਾਉਂਦੇ ਫਿਰੋ ਕਿ ਅਸੀਂ ਨਸ਼ਿਆਂ ਤੋਂ ਪੈਸੇ ਬਣਾ ਕੇ ਸਰਕਾਰ ਚਲਾਉਣੀ ਆ ਤੇ ਗਊਸ਼ਾਲਾ ਨੂੰ ਵੀ ਚੰਦਾ ਦੇਣਾ, ਤੇ ਉੱਥੇ ਸਕੂਲਾਂ ਲਈ ਵੀ ਚੰਦਾ ਇਕੱਠਾ ਕਰਨਾ ਸ਼ਰਾਬ ਤੋਂ, ਹੱਦ ਹੀ ਹੋ ਗਈ ਹੈ ਯਾਰ। ਇਹੋ ਜਿਹੇ ਵੀ ਤੁਸੀਂ ਕਲਿਆਣਕਾਰੀ ਕੰਮ ਸ਼ਰਾਬ ਵੇਚ ਕੇ ਕਰਨਾ ਚਾਹੁੰਦੇ ਆ, ਸ਼ਰਮ ਕਰੋ ਕੁਛ। ਹੋਰ ਕਿਸੇ ਦੇ ਜ਼ਹਿਰ ਵੇਚ ਕੇ ਵੀ ਕਰਨ ਲੱਗ ਜਾਓਗੇ ਕੱਲ ਨੂੰ, ਹੈ। ਇਹ ਕੰਮ ਨਹੀਂ ਠੀਕ, ਬਹੁਤੇ ਹੈ, ਇਮੋਰਲ ਆ, ਇਹ ਬੜੇ ਹਾਸੋਹੀਣੇ ਕੰਮ ਆ। ਚਾਹੀਦਾ ਇਹ ਹੈ ਕਿ ਜਿੱਥੇ ਕੋਈ ਪੀਂਦਾ ਉਹਨੂੰ ਸਾਫ਼ ਸੁਥਰੀ ਚੀਜ਼ ਮਿਲੇ, ਠੀਕ ਠਾਕ ਮਿਲੇ। ਪਰ ਆਪਾਂ ਇੱਕ ਦਿਨ ਲੰਬੀ ਗੱਲ ਕੀਤੀ ਸੀ ਕਿ ਨਸ਼ਾ ਕੋਈ ਵੀ ਹੋਵੇ, ਭਾਵੇਂ ਸੱਤਾ ਦਾ ਨਸ਼ਾ ਹੋਵੇ ਤੇ ਸ਼ਰਾਬ ਦਾ ਨਸ਼ਾ ਹੋਵੇ, ਚਿੱਟੇ ਦਾ ਨਸ਼ਾ ਹੋਵੇ ਜਾਂ ਭੰਗ ਦਾ ਨਸ਼ਾ ਹੋਵੇ। ਉਹ ਥਾਈਲੈਂਡ 'ਚ ਭੰਗ ਪਾਉਣੀ ਸ਼ੁਰੂ ਕਰਤੀ, ਖੁੱਲੀ, ਉਹ ਤੇ ਹਰ ਚੀਜ਼ 'ਚ ਭੰਗ ਪਾਉਂਦੇ ਆ, ਹੁਣ ਚਾਹ 'ਚ ਵੀ ਪਾਉਣ ਲੱਗ ਪਏ। ਸਵੇਰੇ ਟੱਲੀ ਹੋ ਕੇ ਤੁਰੇ ਫਿਰਦੇ ਆ, ਪਤਾ ਨਹੀਂ ਟੂਰਿਸਟ ਇੰਡਸਟਰੀ ਆ, ਪਤਾ ਨਹੀਂ ਕਿੰਨੇ ਲੋਕ ਉੱਥੇ ਲੱਖਾਂ ਦੀ ਗਿਣਤੀ 'ਚ ਭੱਜ ਕੇ ਉਧਰ ਨੂੰ। ਜੇ ਭੰਗ ਹੋ ਗਈ ਤੇ ਗਾਂਜਾ ਵੀ ਮਿਲਣ ਲੱਗ ਜੂ, ਜਾਣੀ ਸਾਰੀਆਂ ਸੁਵਿਧਾ ਉਹਨਾਂ ਦੀ ਇੰਡਸਟਰੀ ਟੂਰਿਜ਼ਮ ਦੀ ਆ, ਜ਼ਿਆਦਾ ਕੰਮ ਸ਼ੁਰੂ ਕਰਤਾ। ਆਪਾਂ ਇਹਨਾਂ ਕੰਮਾਂ ਤੋਂ ਬਚੀਏ, ਸਾਡੇ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਹੈ ਤੇ ਇਸ ਨੂੰ ਸੋਹਣੇ ਇੱਥੇ ਦੇ ਬੰਦੇ ਮਨੁੱਖ ਹੈਗੇ ਆ, ਚੰਗੇ ਸੋਝ ਵਾਲੇ ਦਬੰਗ ਬੰਦੇ ਹੈਗੇ, ਉਹਨਾਂ ਦੀ ਸਿਹਤ ਚੰਗੀ ਰੱਖੀਏ, ਉਹਨਾਂ ਦੀ ਮਾਨਸਿਕ ਤੇ ਆਤਮਿਕ ਸਿਹਤ ਚੰਗੀ ਰਹੇ, ਸਰੀਰਕ ਸਿਹਤ ਚੰਗੀ ਰਹੇ, ਇਹੀ ਆਪਾਂ ਉਮੀਦ ਰੱਖੀਏ ਤੇ ਇਹੀ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਜੀ ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਤੁਹਾਡਾ, ਤੁਹਾਡੀ ਸਾਰੀ ਟੀਮ ਦਾ, ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ।